वाहिगुरू जी का खालसा वाहिगुरू जी की फतेह। ਸ੍ਰੀ ਰਾਗ ਕੀ ਵਾਰ ਮਹਿਲਾ ਚੌਥਾ ਦੀ ਲੜੀਵਾਰ ਵਿਚਾਰ ਕਰਦਿਆਂ ਹੁਣ ਤੱਕ ਅਸੀਂ 19 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਇਸ ਵਾਰ ਦੀਆਂ ਕੁੱਲ 21 ਪੌੜੀਆਂ ਹਨ। ਸੋ ਅੱਜ 20ਵੀਂ ਪੌੜੀ ਅਤੇ ਉਸ ਦੇ ਨਾਲ ਦੇ ਸ਼ਲੋਕਾਂ ਦੀ ਵਿਚਾਰ ਕਰਾਂਗੇ। ਸਭ ਤੋਂ ਪਹਿਲਾਂ ਇਸ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਹੈ ਉਸ ਦਾ ਪਾਠ ਕਰ ਲੈਂਦੇ ਹਾਂ। ਇਹ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ। ਸ਼ਲੋਕ ਮਹਿਲਾ ਪਹਿਲਾ। कुबुद्ध डूमनी कुदया कसायन पर निंदा घट चूड़ी मुट्ठी क्रोध चंडाल कारी कड्डी क्या थी है जा चारे बैठिया नाल सच संजम करनी कारा नावन नाव जपे ही नानक अगे उत्तम सेई जे पापा पंद ना देही। ਇਹ ਸ਼ਲੋਕ ਸਾਡੇ ਵਿੱਚੋਂ ਬਹੁਤਿਆਂ ਨੇ ਬਹੁਤ ਵਾਰੀ ਸੁਣਿਆ ਵੀ ਹੋਵੇਗਾ। ਖਾਸ ਤੌਰ ਤੇ ਜਦੋਂ ਵੀ ਵੈਸ਼ਨਵ ਸਾਹਿਬ ਦੀ ਜਿਹੜੀ ਸਾਖੀ ਹਰਿਦੁਆਰ ਵਾਲੀ ਉਹਦਾ ਜ਼ਿਕਰ ਆਉਂਦਾ ਹੈ ਜਾਂ ਆਮ ਤੌਰ ਤੇ ਕਈ ਸਾਰੇ ਵਿਖਿਆਨਾਂ ਦੇ ਵਿੱਚ ਜਿਹੜੇ ਬੁਲਾਰੇ ਹਨ ਉਸ ਸਾਖੀ ਦਾ ਉਸ ਘਟਨਾ ਦਾ ਜ਼ਿਕਰ ਕਰਦੇ ਹਨ ਤੇ ਨਾਲ ਹੀ ਇਹ ਸ਼ਲੋਕ ਵੀ ਜਿਹੜਾ ਹੈ ਉਹਦਾ ਉਚਾਰਨ ਕੀਤਾ ਜਾਂਦਾ ਹੈ ਤੇ ਉਹਦੇ ਥੋੜੀ ਬਹੁਤੀ ਸੰਖੇਪ ਵਿਆਖਿਆ ਵੀ ਕਰ ਦਿੱਤੀ ਜਾਂਦੀ ਹੈ। ਸੋ ਇਹਦੇ ਅਖਰੀ ਅਰਥਾਂ ਤੋਂ ਤਾਂ ਤਕਰੀਬਨ ਸਾਰੇ ਵਾਕਿਫ ਹੋਣਗੇ ਹੀ, ਪਰ ਇਹਦਾ ਭਾਵ ਅਰਥ ਥੋੜਾ ਜਿਹਾ ਵਿਚਾਰ ਮੰਗਦਾ ਹੈ। ਸੋ ਆਓ ਯਤਨ ਕਰਦੇ ਹਾਂ ਕਿ ਗੁਰੂ ਪਾਤਸ਼ਾਹ ਦਾ ਜੋ ਸੁਨੇਹਾ ਹੈ ਉਹ ਸਾਨੂੰ ਸਮਝ ਵਿੱਚ ਆ ਜਾਵੇ। ਅਖਰੀ ਅਰਥ ਕੋਈ ਬਹੁਤ ਜ਼ਿਆਦਾ ਔਖੇ ਨਹੀਂ ਹਨ। ਕੁਬੁੱਧ ਲਫ਼ਜ਼ ਬੁੱਧੀ ਦੇ ਅੱਗੇ ਕੁ ਜਿਹੜਾ ਅਗੇਤਰ ਲੱਗਿਆ ਹੈ ਉਹਦਾ ਭਾਵ ਇਹ ਹੁੰਦਾ ਹੈ ਭੈੜੀ ਬੁੱਧੀ। ਕੁ ਲਫ਼ਜ਼ ਆਮ ਤੌਰ ਤੇ ਮਾੜੀ ਚੀਜ਼ ਦੀ ਵਿਆਖਿਆ ਕਰਨ ਵਾਸਤੇ ਲਗਾ ਦਿੱਤਾ ਜਾਂਦਾ ਹੈ। ਜਿਵੇਂ ਆਮ ਪ੍ਰਚਲਿਤ ਬੋਲੀ 'ਚ ਵੀ ਹੈ ਪੁੱਤਰ ਸਪੁੱਤਰ ਤੇ ਪੁੱਤਰ ਕਪੁੱਤਰ। ਸਪੁੱਤਰ ਚੰਗੇ ਪੁੱਤਰ, ਕਪੁੱਤਰ ਭੈੜੇ ਪੁੱਤਰ, ਜਿਹੜਾ ਮਾਪਿਓ ਦੀ ਸੇਵਾ ਨਾ ਕਰੇ, ਮਾਪਿਓ ਦਾ ਕਹਿਣਾ ਨਾ ਮੰਨੇ, ਉਹਦੇ ਵਾਸਤੇ ਕਪੁੱਤ ਆ ਜਾਂਦਾ। ਇੱਕ ਆਮ ਬੜਾ ਪ੍ਰਚਲਿਤ ਅਖਾਣ ਵੀ ਹੈ ਕਿ ਪੁੱਤਰ ਕਪੁੱਤਰ ਭਾਵੇਂ ਹੋ ਜਾਣ ਮਾਪੇ ਕੋ ਮਾਪੇ ਨਹੀਂ ਹੁੰਦੇ। ਉਹ ਜੋ ਲਫ਼ਜ਼ਾ ਕੂ ਲਫ਼ਜ਼ ਹੈ ਉਹ ਭੈੜੀ ਸੈਂਸ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਤਾਂ ਬੁੱਧੀ ਤਾਂ ਪਰਮਾਤਮਾ ਨੇ ਹਰ ਇਨਸਾਨ ਨੂੰ ਦਿੱਤੀ ਹੈ। ਕੁਬੁੱਧ ਉਹਦਾ ਭੈੜਾ ਇਸਤੇਮਾਲ ਕਰਨ ਵਾਲਾ ਬੰਦਾ ਉਸ ਬੁੱਧੀ ਨੂੰ ਕੁਬੁੱਧੀ 'ਚ ਕਨਵਰਟ ਕਰ ਦਿੰਦਾ ਹੈ। ਤਾਂ ਗੁਰੂ ਸਾਹਿਬ ਇੱਥੇ ਕਹਿ ਰਹੇ ਹਨ ਕਿ ਕੁਬੁੱਧ ਡੂਮਨੀ। ਡੂਮ ਲਫ਼ਜ਼ ਜਿਹੜਾ ਹੈ ਆਮ ਤੌਰ ਤੇ ਮਰਾਸੀਆਂ ਵਾਸਤੇ ਵਰਤਿਆ ਜਾਂਦਾ ਹੈ। ਭਾਰਤੀ ਸਮਾਜ ਵਿੱਚ ਖਾਸ ਤੌਰ ਤੇ ਜਿਹੜੇ ਸਨਾਤਨ ਮਤ ਦੇ ਫਾਲੋਅਰ ਨੇ ਉਹਨਾਂ ਦੇ ਵਿੱਚ ਡੂਮ ਮਰਾਸੀਆਂ ਨੂੰ ਬਹੁਤ ਹੀ ਨੀਵੀਂ ਜਾਤ ਦਾ ਤੇ ਸਮਾਜਿਕ ਤਲ ਦੇ ਉੱਤੇ ਵੀ ਨੀਵੇਂ ਪੱਧਰ ਦੇ ਉੱਤੇ ਉਹਨਾਂ ਨੂੰ ਗਿਣਿਆ ਜਾਂਦਾ ਹੈ। ਤੇ ਜਿਸ ਵੈਸ਼ਨਵ ਸਾਹਿਬ ਦੀ ਸਾਖੀ ਦੇ ਨਾਲ ਇਹ ਸ਼ਲੋਕ ਦਾ ਸੰਬੰਧ ਹੈ ਉੱਥੇ ਵੀ ਭਾਣਾ ਇਹੋ ਵਰਤਿਆ ਸੀਗਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਮਰਦਾਨੇ ਨੂੰ ਭੇਜ ਦਿੱਤਾ ਕਿ ਬਈ ਜਾ ਜਰਾ ਕਿਸੇ ਕੋਲੋਂ ਅੱਗ ਲਿਆ ਤੇ ਅਸੀਂ ਆਪਣਾ ਭੋਜਨ ਦਾ ਪ੍ਰਬੰਧ ਕਰ ਲਈਏ। ਉਸ ਜ਼ਮਾਨੇ ਦੇ ਵਿੱਚ ਕੋਈ ਮਾਚਸਾਂ ਕੋਈ ਹੋਰ ਤਰੀਕਾ ਅੱਗ ਬਾਲਣ ਦਾ ਤਾਂ ਹੁੰਦਾ ਨਹੀਂ ਸੀ ਤੇ ਆਮ ਤੌਰ ਤੇ ਕਿਸੇ ਦੀ ਬਲਦੀ ਅੱਗ ਦੇ ਵਿੱਚੋਂ ਹੀ ਥੋੜੀ ਜਿਹੀ ਕਿਸੇ ਲੱਕੜ ਦੇ ਵਿੱਚ ਜਾਂ ਕਿਸੇ ਹੋਰ ਚੀਜ਼ ਦੇ ਵਿੱਚ ਥੋੜੀ ਜਿਹੀ ਅੱਗ ਨੂੰ ਲੈ ਕੇ ਪਾਰੋ ਕਰਕੇ ਤੇ ਦੂਜਾ ਬੰਦਾ ਵੀ ਆਪਣੇ ਬਾਲਣ ਨੂੰ ਅੱਗ ਲਗਾ ਲੈਂਦਾ ਸੀਗਾ। ਇਹੀ ਤਰੀਕਾ ਸੀ ਔਰ ਇਹ ਐਕਸੈਪਟਡ ਨੋਰਮ ਸੀਗਾ। ਸਾਰੇ ਹੀ ਇਸ ਤਰੀਕੇ ਹੀ ਕਰਦੇ ਸਨ। ਪਰ ਹੋਇਆ ਇਉਂ ਕਿ ਉਹ ਵੈਸ਼ਨਵ ਸਾਧ ਆਪਣਾ ਚੌਂਕਾ ਪੂਰਾ ਤਿਆਰ ਕਰਕੇ ਆਪਣੀ ਮਰਿਆਦਾ ਮੁਤਾਬਕ ਉਹਦੇ ਤੇ ਗੋਹੇ ਦਾ ਲੇਪ ਕਰਕੇ ਉਹਦੇ ਆਲੇ ਦੁਆਲੇ ਲਾਈਨਾਂ ਵਾਹ ਕੇ ਤੇ ਉਹਨੇ ਚੌਂਕਾ ਤਿਆਰ ਕੀਤਾ ਸੀਗਾ ਜੋ ਉਹਦਾ ਸਿਸਟਮ ਸੀ। ਤੇ ਇਧਰੋਂ ਜਦੋਂ ਮਰਦਾਨਾ ਜੀ ਉਹਦੇ ਕੋਲ ਲੱਗ ਮੰਗਣ ਵਾਸਤੇ ਪਹੁੰਚੇ ਤੇ ਸੂਰਜ ਮਰਦਾਨਾ ਜੀ ਦੇ ਪਿੱਛੇ ਸੀਗਾ ਤੇ ਮਰਦਾਨੇ ਦਾ ਪਰਛਾਵਾਂ ਉਸ ਵੈਸ਼ਨਵ ਸਾਹਿਬ ਦੇ ਚੌਂਕੇ ਦੇ ਵਿੱਚ ਪੈ ਗਿਆ। ਉਹਨੇ ਜਿਉਂ ਹੀ ਵੇਖਿਆ ਕਿ ਪਰਛਾਵਾਂ ਅੰਦਰ ਚੌਂਕੇ 'ਚ ਪੈ ਗਿਆ ਤਾਂ ਉਹਨੇ ਪਹਿਲਾ ਸਵਾਲ ਮਰਦਾਨੇ ਨੂੰ ਕੀਤਾ, ਕੌਣ ਹੁੰਦੇ ਹੋ? ਤਾਂ ਮਰਦਾਨਾ ਜੀ ਨੇ ਤੇ ਸਿੱਧਾ ਸਿੱਧਾ ਸੱਚ ਹੀ ਜਵਾਬ ਦੇਣਾ ਸੀ। ਉਹਨਾਂ ਨੇ ਕਿਹਾ ਮੈਂ ਡੂਮ ਮਰਾਸੀ ਹੁੰਦਾ। ਉਹਨੂੰ ਤਾਂ ਅੱਗ ਲੱਗ ਗਈ। ਇਹ ਕੀ ਭਾਣਾ ਵਰਤ ਗਿਆ? ਮੈਂ ਆਪਣਾ
चौंका सारा पवित्र किया, खाना तैयार करने वास्ते मेरी सारी मेहनत बेकार हो गई ਤੇ ਇੱਕ ਸ਼ੂਦਰ ਦਾ, ਇੱਕ ਨੀਵੀਂ ਜਾਤ ਵਾਲੇ ਦਾ ਪਰਛਾਵਾਂ ਮੇਰੇ ਚੌਂਕੇ ਤੇ ਪੈ ਗਿਆ ਤੇ ਸਾਰੀ ਮਿਹਨਤ ਖਤਮ ਹੋ ਗਈ ਮੇਰੀ। ਉਹਨੂੰ ਇੰਨਾ ਗੁੱਸਾ ਚੜਿਆ ਕਿ ਉਹ ਅੱਗ ਦੀ ਚੁਆਤੀ ਲੈ ਕੇ ਇੱਕ ਬਜਾਏ ਦੇ ਕਿ ਉਹਨੂੰ ਮਰਦਾਨੇ ਨੂੰ ਦੇਵੇ ਵੀ ਜਾ ਤੂੰ ਆਪਣਾ ਕੰਮ ਕਰ, ਅੱਗ ਲੈ ਕੇ ਤੇ ਜਾ, ਉਹ ਉਹਦੇ ਮਗਰ ਹੋ ਗਿਆ ਕਿ ਮੈਂ ਤੈਨੂੰ ਹੀ ਸਾੜ ਦੇਣਾ। ਖੈਰ ਸਾਖੀ ਆਪ ਜੀ ਵਿੱਚੋਂ ਸਾਰਿਆਂ ਨੇ ਤਕਰੀਬਨ ਸੁਣੀ ਹੀ ਹੋਣੀ ਹੈ। तो मरदाना बेचारा भजया और दौड़दा दौड़दा गुरु नानक पातशाह के कोल पहुंच गया तो वह अग लैके वैष्णव साधु वो पिछे पिछे। तो फिर अखीर गुरु नानक पातशाह के नेड़े पहुंचे तो उन्होंने क्या भाई ठंडा हो जा, हुण आराम नाल गल कर। तो उन्हें फिर अपनी गल पेश की कि मेरा चौंका पिट दिता इन्हें। तो गुरु पातशाह ने उन्होंने समझाया कि इस तरीके नाल चौंके नहीं पिटते, जो तेरे अंदर दे औगन ने ना वो तेनों तेरे शरीर नूं तेनों पिटिया होया उन्होंने। तू अपने आप नूं बहुत उच्ची जात दा समझदा है पर असल विच तां तेरे अंदर किन्ने ही चूड़े बैठे ने, किन्ने नीवीं जात वाले तेरे अंदर बैठे ने। तो ये श्लोक जिहड़ा है ये उपदेश रूप विच गुरु नानक पातशाह ने उस वैष्णव साधु नूं सुनाया। तो इस श्लोक में जो उन्होंने गल समझाई कि कुबुद्ध भैड़ी बुद्धि वाली वर्गी जिहड़ी डूमनी है, मरासन है, जो नीवीं जात वाली औरत तुसी गिनते हो डूमनी मरासन, वो असल में तेरी भैड़ी बुद्धि है। ते कुदया कसायन, हुण दया लफज नूं सारे जानते हाँ, तरस दया। ते कुदया हो गई माड़ी, दया तो पुट्ठा काम यानी कि जालमाना जो है बिहेवियर, जुल्म करन दी बिरती। तो कसाई जिवें कसाई के बारे आप सारे जानते हो, कसाई वो बंदा होंदा है जिहड़ा जानवरां नूं कट कट के उन्हां दा मांस वेचदा है। तो जिन्हें हुण जानवरां दा मांस वेचना है वो हुण जानवरां ते दया थोड़ा करेगा, जे दया करेगा तो उन्होंने मारेगा किवें। तो इस करके कसाई आम तौर पर उस बंदे नूं भी कहा जाता है जिहदे हिरदे च दया ना होवे, क्योंकि कसाई जे दया करेगा तो अपना धंधा नहीं कर सकता। तो इसलिए आम समाज के अंदर भी जो किसी बंदे नूं बहुत जालम सुभाव का होवे ते उहदे वास्ते भी ये लकब वरत लिया जाता है कि वह तां कसाई है। तो गुरु साहब कहते हैं कि जिहड़ी ये तेरे अंदर भैड़ी दया भाव जालमाना बिरती है तेरी, दूजियां दे उत्ते तरस ना करना, धक्का करना, किसी नूं नुकसान पहुँचाना, किसी नूं शरीरक तौर के उत्ते दुखी करना, ये कुदया है, ये कसायन तेरे अंदर बैठी है। फिर होर अगे कहते हैं पर निंदा घट चूड़ी, तेरे घट विच तेरे हिरदे दे विच जो पराई निंदा दा तेरा सुभाव है वो मानो चूड़ी के रूप विच बैठी है। चूड़ी का काम की हुंदा है कि उन्हें सब जगह तो गंदगी इकट्ठी करनी होंदी है। समाज ने चूड़ियां नूं यही कर्म दिता होया है। तो वो बेचारे हर वेले उन्हां दे हत्थ कूड़े दे नाल और गंदगी दे नाल लिबड़े रहिंदे हन। तो जिहड़ा इंसान हर किसी दूजे की निंदा ही करता रहे ते जिथे नुक्स ना भी होवे उत्थे भी नुक्स कड्डे और दूजियां नूं नीवां दिखाउण दा यतन करता रहे तो वो पराई निंदा दे विच ही हर वेले लग्या रहिंदा है। तो बेसिकली वो भी गंदगी इकट्ठी कर रहा है, और कुछ नहीं कर रहा। तो इसलिए गुरु साहब ने उसकी तुलना की है कि पराई निंदा करन दा जिहड़ा तेरा सुभाव है वो मानो तेरे हिरदे दे विच चूड़ी बैठी हुई है। ते क्रोध रूपी चंडालनी भी तेरे अंदर है जिन्हें तेनू लुटिया होया है। मुट्ठी तो भाव हुंदा है लुटी जाना, लुटे जाना। कि क्रोध चंडालन जिहड़ी है उन्हें तेनू लुटिया होया है। वे इन्ना गुस्सा तेरे दिमाग विच कि तेरी अकल ही नाश हो गई है कि तू बजाए अग बालन वास्ते चवाती उन्होंने मरदाने नूं देवें, तू ये चवाती लैके ते मरदाने नूं साड़न वास्ते उहदे मगर भज पिया। तेनू ये होश नहीं रही कि भी तू एक बंदे नूं मारन दे वास्ते दौड़ रहा है। तो ये चारों औगन जिहड़े जिस इंसान के अंदर हैं मानो ये चार शूदर स्त्रियां उहदे अंदर वड़ियां हुई हैं। तो ये एक अलंकार के रूप के विच गुरु नानक पातशाह ने उसनूं इन्हां औगनां के बारे सुचेत किया कि तेरे अंदर भैड़ी बुद्धि, तरस की कमी, पराई निंदा अते क्रोध, ये चार औगन ऐसे हैं जड़ियां तू समझ लै कि चारों ही शूदर स्त्रियां हैं या नीवीं जात दी स्त्रियां हैं जिन्होंने तू अपने अंदर बिठा रखिया है।
तो फिर अगली पंक्ति जो गल नूं होर स्पष्ट करदे हन कि कारी कड्डी क्या थी है ਜਾਂ ਚਾਰੇ ਬੈਠੀਆਂ ਨਾਲ, ਕਿ ਇਹ ਚਾਰੋਂ ਸ਼ੂਦਰ ਇਸਤਰੀਆਂ ਤੇਰੇ ਅੰਦਰ ਬੈਠੀਆਂ ਨੇ, ਤੇਰੇ ਬਿਲਕੁਲ ਨਾਲ ਬੈਠੀਆਂ ਨੇ, ਤੇਰੇ ਅੰਗ ਸੰਗ ਨੇ, ਹਰ ਵੇਲੇ ਤੇਰੇ ਅੰਦਰ ਹੀ ਰਹਿੰਦੀਆਂ ਨੇ। ਤੇ ਫਿਰ ਜਿਹੜੀਆਂ ਤੂੰ ਇਹ ਕਾਰਾਂ ਕੱਢ ਰਿਹਾ ਹੈ, ਕਾਰ ਕਹਿੰਦੇ ਹਨ ਲਕੀਰ ਨੂੰ। ਤੋ ਇਹ ਜਿਹੜੇ ਬ੍ਰਾਹਮਣ ਹੁੰਦੇ ਹਨ ਉਹ ਆਪਣਾ ਇੱਕ ਏਰੀਆ ਮਾਰਕ ਕਰਨ ਵਾਸਤੇ ਉਹਦੀ ਬਾਉਂਡਰੀ ਲਾਈਨ ਖਿੱਚ ਦਿੰਦੇ ਹਨ, ਜਿਹਨੂੰ ਕਾਰ ਕਹਿੰਦੇ ਹਨ। ਇਹਦਾ ਜ਼ਿਕਰ ਰਮਾਇਣ ਦੇ ਵਿੱਚ ਵੀ ਆਂਦਾ ਹੈ ਕਿ ਜਦੋਂ ਜੰਗਲ ਦੇ ਵਿੱਚ ਰਾਮ ਲక్ష్మణ ਤੇ ਸੀਤਾ ਜੀ ਜਦੋਂ ਵਨਵਾਸ ਦੇ ਵਿੱਚ ਸਨ, ਤੇ ਉਦੋਂ ਜਿਸ ਤਰ੍ਹਾਂ ਕਹਾਣੀ ਆਂਦੀ ਹੈ ਕਿ ਵੀ ਸੀਤਾ ਨੇ ਕਿਧਰੇ ਸੋਨੇ ਦਾ ਹਿਰਨ ਵੇਖ ਲਿਆ ਤੇ ਉਹਨੇ ਰਾਮਚੰਦਰ ਜੀ ਨੂੰ ਕਿਹਾ ਕਿ ਵੀ ਮੈਨੂੰ ਤੇ ਉਹ ਸੋਨੇ ਦਾ ਹਿਰਨ ਚਾਹੀਦਾ ਹੈ। ਤੇ ਹੁਣ ਉਹ ਰਾਮਚੰਦਰ ਜੀ ਤੁਰੇ ਤੇ ਲక్ష్మణ ਨੂੰ ਜ਼ਿੰਮੇਵਾਰੀ ਮਿਲੀ ਹੋਈ ਸੀ ਵੀ ਸੀਤਾ ਦੀ जो है चौकीदारी प्रोटेक्शन तू करनी है। उन्होंने क्योंकि रामचंद्र जी देर ज्यादा हो गई तो हुण लक्ष्मण को फिक्र हो रही सी भी आए नहीं वापस, तो वो जान लगा कि मैं लभ के लियावां भरा नूं, पर हुण ओहदे ते जिम्मेवारी का बोझ भी सी कि उन्हें सीता की प्रोटेक्शन भी करनी है। तो उन्हें ये तरीका लभ्या, उन्हें सीता जिस झुग्गी दे विच झोंपड़ी च बैठी हुई सी, उन्हें उहदे चारों पासे एक लकीर खिंच दी ਤੇ ਉਹਨੂੰ ਇਹ ਕਿਹਾ ਕਿ ਸੀਤਾ ਭਈਆ ਇਹ ਰਾਮ ਕਾਰ ਹੈ, ਰਾਮ ਦੇ ਨਾਮ ਦੀ ਜੋ ਮੈਂ ਲਕੀਰ ਖਿੱਚ ਦਿੱਤੀ ਹੈ, ਇਹਦੇ ਅੰਦਰ ਜਿੰਨਾ ਚਿਰ ਤੂੰ ਰਹੇਂਗੀ ਤੂੰ ਸੁਰੱਖਿਅਤ ਹੈ, तेरा कुछ भी नहीं हो सकता, कोई बिगाड़ नहीं सकता तेरा कुछ। तो इस लाइन तो बाहर इस लकीर तो तू बाहर ना आई तो तेरा कोई नुकसान नहीं होएगा। पर खैर जिवें रामायण च फिर जिक्र आंदा है कि भी रावण ने बहाने दे नाल ओनू लकीर तो बाहर बुला लिया ते फिर ओनू चुक के लै गया। तो कार जिहड़ा है जो अखरी अर्थ है वो लकीर है। तो पुराने इन्हां दे सिस्टम दे विच सीगा कि जिहड़े चौंके दे चारों पासे जिहड़ी कार वो लकीर वाह दिंदे ने, ਉਹਦਾ ਅੰਦਰਲਾ ਹਿੱਸਾ ਫਿਰ ਉਹ ਗਾਂ ਦੇ ਗੋਬਰ ਦੇ ਨਾਲ ਉਹਨੂੰ ਲੇਪ ਕੇ ਤੇ ਉਹਨੂੰ ਪਵਿੱਤਰ ਕਰ ਲੈਂਦੇ ਨੇ, ਤੇ ਫਿਰ ਉਹ ਉਹਨਾਂ ਹਿੱਸਾ ਜਿਹੜਾ ਲਕੀਰ ਦੇ ਅੰਦਰ ਅੰਦਰ ਦਾ ਹੈ ਉਹਨੂੰ ਉਹ ਪਵਿੱਤਰ ਮੰਨਦੇ ਹਨ। ਤੇ ਸਾਰਾ ਭੋਜਨ ਦਾ ਕੰਮ ਜਿੰਨਾ ਵੀ ਹੈ ਤਿਆਰ ਕਰਨ ਦਾ, ਚੁੱਲ੍ਹਾ ਵਗੈਰਾ ਸਾਰਾ ਕੁਝ ਉਹ ਉਸ ਲਕੀਰ ਦੇ ਅੰਦਰ ਹੀ ਕਰਦੇ ਹਨ, ਉਸ ਤੋਂ ਬਾਹਰ ਕੁਝ ਵੀ ਨਹੀਂ ਕਰਦੇ, ਤਾਂ ਕਿ ਉਹ ਭੋਜਨ ਪਵਿੱਤਰ ਤਿਆਰ ਹੋਵੇ। तो भोजन तैयार करने वास्ते ये चौंका सुच्चा तैयार करना ते ਉਹਦੇ ਦੁਆਲੇ ਲਕੀਰ ਖਿੱਚਣੀ, ਇਹ ਇਹਨਾਂ ਦਾ ਮਰਿਆਦਾ ਦਾ ਅੰਗ ਹੈ। ਪਰ ਗੁਰੂ ਸਾਹਿਬ ਕੁਐਸਚਨ ਕਰਦੇ ਹਨ ਉਹਨੂੰ ਕਿ ਕਾਰੀ ਕੱਢੀ ਕਿਆ ਥੀ ਹੈ, ਇਹ ਲਕੀਰਾਂ ਵਾਹ ਕੇ ਕੀ ਹੋਏਗਾ। ਥੀਏ ਦਾ ਅਰਥ ਹੁੰਦਾ ਹੋ ਜਾਣਾ, ਕਾਰੀ ਕੱਢੀ ਇਹ ਲਕੀਰਾਂ ਕੱਢਣਾ। ਇੱਕ ਲਕੀਰ ਜਿਹੜੀ ਵਾਹੀ ਜਾਂਦੀ ਸੀਗੀ ਉਹਨੂੰ ਕਾਰ ਕੱਢਣਾ ਕਿਹਾ ਜਾਂਦਾ ਸੀ, ਵੀ ਲੱਗਿਆ ਕਾਰ ਕੱਢ ਦਿੱਤੀ ਹੈ, ਇਹ ਐਸਟੈਬਲਿਸ਼ ਹੋ ਗਿਆ ਵੀ ਇਹ ਏਰੀਆ ਹੁਣ ਪਵਿੱਤਰ ਹੈ। पर गुरु साहब कहते हैं कि कारी कड्डी क्या थी है ਜਾਂ ਚਾਰੇ ਬੈਠੀਆਂ ਨਾਲ, ਕਿ ਤੂੰ ਤਾਂ ਸਮਝ ਰਿਹਾ ਹੈ ਕਿ ਤੇਰਾ ਚੌਂਕਾ ਪਵਿੱਤਰ ਹੋ ਗਿਆ ਹੈ, ਉਹਦੇ ਦੁਆਲੇ ਤੂੰ ਕਾਰ ਕੱਢ ਦਿੱਤੀ ਹੈ, ਪਰ ਇਹ ਚਾਰ ਡੂਮਣੀ ਤੇ ਕਸਾਇਨ ਤੇ ਚੂੜੀ ਤੇ ਚੰਡਾਲਨ ਇਹ ਚਾਰੋਂ ਤਾਂ ਨਾਲ ਬੈਠੀਆਂ ਨੇ, ਤੇ ਚੌਂਕਾ ਸੁੱਚਾ ਕਿੱਥੇ ਰਹਿ ਗਿਆ। ਉਹ ਇੱਕ ਤਰੀਕੇ ਦਾ ਵਿਅੰਗ ਸੀਗਾ ਉਹਦੇ ਉੱਤੇ ਕਿ ਤੇਰੇ ਸੁਭਾਅ ਦੇ ਅੰਦਰ ਤਾਂ ਇਹ ਚਾਰ ਔਗਣ ਇਤਨੇ ਪ੍ਰਬਲ ਹਨ कि तेनों इन्नी भी सोची नहीं रही कि मैं एक बंदा मारने वास्ते दौड़ रहा हाँ, इतना तेनों क्रोध आया, इन्नी तेरे अंदर बेतरसी है, तू दूजे नूं इन्ना फिर मरदाने नूं कितना ही बुरा भला भी मूँहों बोलिया, ते भैड़ी बुद्धि नाल तू उन्होंने इंसान तो भी गिरिया होया समझा, इंसानियत तो गिरिया होया समझिया। ये सारे औगण तेरे अंदर हैं, तो की फायदा होया ये कारां कड्ढण दा ते चौंका सुच्चा करन दा जे ये चारे औगण तेरे अंदर भरे बैठे हैं। पर अगले पार्ट दे विच हुण ओह समझाते हैं कि असल कारां किहड़ियां कड्ढणियां चाहीदियां हन। तो वो कहते हैं कि सच संयम करनी कारां नावन नाओ जपे ही, नानक अग्गे उत्तम सही कि पापा पंद ना देही। कि असल सुच्चा चौंका करना होए तां सच दा संयम बंदे नूं अपने जीवन दे विच धारण करना चाहिए। संयम तो भाव है वो डिसिपलिन, कि सच का डिसिपलिन अपने जीवन में धारण कर लै, सच के अनुसार ही सब काम करने, सच तो बाहर जाके सच की है जो प्रभु दे नियम दे प्रभु की रजा के अनुकूल है, क्योंकि सच केवल तो केवल परमात्मा है। तो जिहड़ी चीज़ वो रजा के अनुकूल है वो भी सच है, जिहड़ी वो हुक्म तो उल्ट है वो सच नहीं है, वो नाशवान है, झूठ है।
तो सच का डिसिपलिन वो कम उस विचार वो गल्लां करनियां ਜਿਹੜੀਆਂ प्रभु ਦੇ ਭਾਣੇ ਦੇ ਅਨੁਕੂਲ प्रभु ਦੀ ਰਜ਼ਾ ਦੇ ਅਨੁਕੂਲ ਹੋਣ। तो सच संयम करनी कारां ਤੇ ਲਕੀਰਾਂ ਕਿਹੜੀਆਂ ਕਰਨੀਆਂ ਹਨ ਕਿ ਸੁੱਚੀ ਕਰਨੀ ਉਸ ਸੱਚ ਦੇ ਅਨੁਸਾਰ ਹੀ ਆਪਣੇ ਜੀਵਨ ਦੇ ਵਿੱਚ ਆਚਰਣ ਨੂੰ ਅਪਣਾ ਲੈਣਾ, ਆਪਣੀ ਕਰਨੀ ਆਪਣੇ ਕਰਮਾਂ ਨੂੰ ਸੱਚ ਦੇ ਅਧੀਨ ਕਰ ਲੈਣਾ। ਇਹ ਕਾਰਾਂ ਹਨ, ਇਹ ਡਿਸਪਲਿਨ ਹੈ, ਇਹ ਬਾਉਂਡਰੀ ਵਾਲ ਹੈ ਜਿਹਦੇ ਅੰਦਰ ਸੱਚ ਸੁਰੱਖਿਅਤ ਹੈ। ਸੱਚ ਸੰਜਮ ਕਰਨੀ ਕਾਰਾਂ ਨਾਵਨ ਨਾਉ ਜਪੇ ਹੀ। तो ਨਹਾਣਾ ਵੀ ਉਹਨਾਂ ਦੇ ਵਾਸਤੇ ਕੰਪਲਸਰੀ ਹੁੰਦਾ ਹੈ ਕਿ ਭਈ ਭੋਜਨ ਤਿਆਰ ਕਰਨ ਤੋਂ ਪਹਿਲੇ ਉਹ ਨਹਾਉਂਦੇ ਵੀ ਹਨ। ਤੇ ਗੁਰੂ ਸਾਹਿਬ ਕਹਿੰਦੇ ਹਨ ਕਿ ਅਸਲੀ ਇਸ਼ਨਾਨ ਜਿਹੜਾ ਹੈ ਉਹ ਪ੍ਰਭੂ ਦੇ ਨਾਮ ਨੂੰ ਹਰ ਵੇਲੇ ਆਪਣੀ ਯਾਦ ਵਿੱਚ ਰੱਖਣਾ, ਆਪਣੀ ਸੁਰਤ ਵਿੱਚ ਟਿਕਾ ਕੇ ਰੱਖਣਾ, ਉਹਦਾ ਨਾਮ ਜਪਦੇ ਰਹਿਣਾ। ਅਸਲ ਨਾਮਨ ਇਹੀ ਹੈ। ਮਨ ਦੀ ਪਵਿੱਤਰਤਾ ਪ੍ਰਭੂ ਦੇ ਨਾਮ ਦੇ ਨਾਲ ਹੀ ਹੁੰਦੀ ਹੈ, ਸਰੀਰ ਦੀ ਪਵਿੱਤਰਤਾ ਦੇ ਨਾਲ ਮਨ ਪਵਿੱਤਰ ਨਹੀਂ ਹੁੰਦਾ। तो इसलिए असल नामन जड़ा है वो प्रभु के नाम ਨੂੰ ਜਪਣਾ, ਉਹਨੂੰ ਉਹਦੀ ਯਾਦ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾਈ ਰੱਖਣਾ, ਅਸਲ ਨਾਮਨ ਇਹੀ ਹੈ। तो इस तरीके ਦੇ ਨਾਲ ਜਿਹੜੇ ਇਸ ਤਰੀਕੇ ਦਾ ਸੰਜਮ, ਇਸ ਤਰੀਕੇ ਦੀਆਂ ਕਾਰਾਂ ਕੱਢਦਾ ਹੈ, ਇਸ ਤਰੀਕੇ ਦਾ ਇਸ਼ਨਾਨ ਕਰਦਾ ਹੈ, ਪ੍ਰਭੂ ਦੀ ਦਰਗਾਹ ਦੇ ਵਿੱਚ ਉਹੀ ਇਨਸਾਨ ਉੱਤਮ, ਚੰਗਾ, श्रेष्ठ ਗਿਣਿਆ ਜਾਂਦਾ ਹੈ ਕਿ ਜਿਹੜਾ ਆਪਣੇ ਜੀਵਨ ਦੇ ਵਿੱਚ ਇਹ ਪਾਪਾਂ ਵਾਲਾ ਰਸਤਾ ਅਵੋਇਡ ਕਰਦੇ ਹਨ। ਪਾਪਾਂ ਪੰਧ ਨਾ ਦੇਹੀ, ਮਤਲਬ ਪਾਪਾਂ ਦੇ ਰਾਹ ਦੇ ਉੱਤੇ ਜਿਹੜਾ ਨਹੀਂ ਚੱਲਦਾ, ਉਹੀ ਪ੍ਰਭੂ ਦੀ ਦਰਗਾਹ ਦੇ ਵਿੱਚ ਉੱਚਾ ਤੇ ਉੱਤਮ ਮੰਨਿਆ ਜਾਂਦਾ ਹੈ। ਤੇ ਪਾਪ ਕਿਸ ਨੂੰ ਕਿਹਾ ਗਿਆ ਹੈ? ਜਿਹੜੇ ਚਾਰ ਔਗਣ ਗੁਰੂ ਸਾਹਿਬ ਨੇ ਪਹਿਲੀ ਪੰਕਤੀ ਦੇ ਵਿੱਚ ਬਿਆਨ ਕੀਤੇ ਹਨ, ਉਹਨਾਂ ਦੇ ਅਧੀਨ ਜਿਹੜਾ ਇਨਸਾਨ ਸੋਚ ਵਿਚਾਰ ਕਰੇਗਾ, ਉਹਨਾਂ ਦੇ ਅਧੀਨ ਜਿਹੜਾ ਕੰਮ ਕਰੇਗਾ, ਉਹ ਪਾਪ ਕਰਮ ਹੀ ਹੋਣਗੇ। ਭੈੜੀ ਬੁੱਧੀ ਦੇ ਨਾਲ, ਬੇਤਰਸੀ ਦੇ ਨਾਲ, ਪਰਾਈ ਨਿੰਦਾ ਦੇ ਵਸ ਹੋ ਕੇ ਉਲਟ ਪੁਲਟ ਗਲਤ ਗੱਲਾਂ ਕਰਨੀਆਂ, ਗਲਤ ਕਰਮ ਕਰਨੇ, ਤੇ ਕ੍ਰੋਧ ਦੇ ਅਧੀਨ ਬਿਨਾਂ ਸੋਚੇ ਸਮਝੇ ਕਿਸੇ ਦੂਜੇ ਦਾ ਨੁਕਸਾਨ ਕਰ ਦੇਣਾ, ਇਹਨਾਂ ਦੇ ਅਧੀਨ ਜਿਹੜੇ ਵੀ ਕਰਮ ਕੀਤੇ ਜਾਣਗੇ ਉਹ ਪਾਪ ਕਰਮ ਹੀ ਹੋਣਗੇ। ਤੇ ਪ੍ਰਭੂ ਦੀ ਦਰਗਾਹ ਦੇ ਵਿੱਚ ਤਾਂ ਉਹੀ ਉੱਤਮ ਗਿਣੇ ਜਾਣਗੇ ਜਿਹੜੇ ਇਸ ਪਾਪਾਂ ਵਾਲੇ ਰਾਹ ਤੇ ਨਹੀਂ ਤੁਰਦੇ, ਆਪ ਇਹਨਾਂ ਔਗਣਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਦੇ ਹਨ। तो ये ਜਿਹੜਾ ਸ਼ਲੋਕ ਹੈ ਇਹ ਆਮ ਤੌਰ ਤੇ ਸਾਡੇ ਪ੍ਰਚਾਰਕ ਲੋਕ ਔਰ ਵਿਆਖਿਆਕਾਰ ਬਹੁਤੀ ਵਾਰੀ ਇਸ ਪ੍ਰਸੰਗ ਵਿੱਚ ਵੀ ਵਰਤਦੇ ਹਨ ਕਿ ਬਾਹਰਲੀਆਂ ਸੁੱਚਾਂ, ਬਾਹਰਲੇ ਕਰਮਕਾਂਡ ਜਿਹੜੇ ਹਨ ਉਹ ਕੋਈ ਮਾਇਨੇ ਨਹੀਂ ਰੱਖਦੇ ਜਦ ਤੱਕ ਅੰਦਰ ਗੁਣ ਨਾ ਧਾਰਨ ਕੀਤੇ ਜਾਣ, ਔਗਣਾਂ ਨੂੰ ਨਾ ਕੱਢਿਆ ਜਾਵੇ। ਔਰ ਇਹ ਵਿਆਖਿਆ ਬਿਲਕੁਲ ਸਹੀ ਹੈ, ਇਹਦੇ 'ਚ ਕੋਈ ਦੋਸ਼ ਨਹੀਂ ਹੈ, ਕੋਈ ਗਲਤੀ ਵੀ ਨਹੀਂ ਹੈ। पर आम तौर पर हुंदा की है कि असी ये वाली गल कह के ते ब्राह्मण की मिसाल, वैष्णव साधु की मिसाल दे देंगे हैं कि भी वो ये कर्म कांड करते हैं, चौंका सुच्चा करते हैं, गोबर लेपते हैं, खारा कटते हैं, तो उन्होंने अंदर तो औगन होंगे ने। पर असी ये गल भुल जाते हाँ कि असी आप भी कई तरह के कर्म कांड के उत्ते फोकस करते हाँ कि जेड़े गुण ਸਾਡੇ ਅੰਦਰ ਹੋਣੇ ਚਾਹੀਦੇ ਹਨ ਉਹਨਾਂ ਵੱਲੋਂ ਅਸੀਂ ਵੀ ਅਵੇਸਲੀ ਹੋ ਜਾਂਦੇ ਹਾਂ। ਬਹੁਤਾਤ ਸਮਾਂ ਔਰ ਬਹੁਤੇ ਲੋਕਾਂ ਦਾ ਜਿਹੜਾ ਧਿਆਨ ਹੁੰਦਾ ਹੈ ਉਹ ਬਾਹਰਲੀਆਂ ਮਰਿਆਦਾਵਾਂ, ਬਾਹਰਲੇ ਕਿਰਿਆਵਾਂ ਦੇ ਉੱਤੇ ਜ਼ਿਆਦਾ ਫੋਕਸਡ ਹੁੰਦਾ ਹੈ ਤੇ ਅੰਦਰਲੇ ਗੁਨਾਹ ਦੇ ਉੱਤੇ ਉਹਨਾਂ ਦਾ ਧਿਆਨ ਘੱਟ ਹੁੰਦਾ ਹੈ। ਹੁਣ ਸਾਡੇ ਸਿੱਖਾਂ ਦੇ ਵਿੱਚ ਵੀ ਕਈ ਐਸੇ ਹਿੱਸੇ ਬਣ ਚੁੱਕੇ ਹਨ ਜਿਹੜੇ ਖਾਣਾ ਦੀ ਸੁਚਮਤਾ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੰਦੇ ਹਨ। ਇੱਥੋਂ ਤੱਕ ਕਿ ਕੁਝ ਇੱਕ ਤਾਂ ਐਸੇ ਵੀ ਲੋਕ ਹਨ ਜਿਹੜੇ ਸਿਰਫ ਆਪਣੇ ਹੀ ਗਰੁੱਪ ਦੇ ਰਾਹੀਂ ਤਿਆਰ ਕੀਤਾ ਹੋਇਆ ਖਾਣਾ ਖਾਂਦੇ ਹਨ, ਕਿਸੇ ਦੂਜੇ ਦੇ ਹੱਥ ਦਾ ਤਿਆਰ ਕੀਤਾ ਹੋਇਆ, ਭਾਵੇਂ ਉਹ ਅੰਮ੍ਰਿਤਧਾਰੀ ਸਿੱਖ ਹੀ ਕਿਉਂ ਨਾ ਹੋਵੇ। ਅਗਰ ਜੇ ਉਹਨਾਂ ਦੀ ਨਿਸ਼ਚਿਤ ਕੀਤੀ ਹੋਈ ਮਰਿਆਦਾ ਨੂੰ ਉਹ ਨਹੀਂ ਫਾਲੋ ਕਰਦਾ ਤਾਂ ਉਹਦੇ ਹੱਥ ਦਾ ਤਿਆਰ ਕੀਤਾ ਹੋਇਆ ਉਹ ਖਾਣਾ ਵੀ ਨਹੀਂ ਖਾਂਦੇ, ਉਹ ਵੀ ਆਪਣੀ ਪੂਰੀ ਸੁਚਮ ਰੱਖਦੇ ਹਨ। ਜੇ ਕਿਸੇ ਇੱਥੋਂ ਤੱਕ ਵੀ ਹੈ ਕਿ ਜੇ ਕਿਸੇ ਦੇ ਕੋਲੋਂ ਮਜਬੂਰੀ ਵਸ ਉਹਨਾਂ ਨੂੰ ਕੋਈ ਚੀਜ਼ ਲੈ ਕੇ ਖਾਣੀ ਵੀ ਪਵੇ, ਭਾਵੇਂ ਉਹ ਸਾਬਤ ਫਰੂਟ ਵੀ ਕਿਉਂ ਨਾ ਹੋਵੇ, ਉਹਨੂੰ ਵੀ ਉਹ ਧੋਣਗੇ ਤੇ ਤਾਂ ਖਾਣਗੇ। ਮਤਲਬ ਵੀ ਦੂਜੇ ਦੇ ਹੱਥ ਵਿੱਚ ਲੱਗ ਗਏ ਨੇ ਉਸ ਫਰੂਟ ਨੂੰ, ਤੇ ਫਰੂਟ ਉਹਨਾਂ ਨੇ ਖਾਣ ਤੋਂ ਪਹਿਲੇ ਧੋਣਾ ਹੈ। ਇਸ ਵਾਸਤੇ ਨਹੀਂ ਕਿ ਵੀ ਕੋਈ ਉਹਦੇ ਉੱਤੇ ਕੋਈ ਬੈਕਟੀਰੀਆ ਚੜੇ ਹੋਏ ਨੇ ਜਾਂ ਕੋਈ ਹੋਰ ਹਾਈਜੀਨ ਦੇ ਪੱਖ ਤੋਂ ਸੋਚ ਰਹੇ ਨੇ, ਉਹ ਸਿਰਫ ਸੁਚਮ ਦੇ ਪੱਖ ਤੋਂ ਸੋਚਦੇ ਨੇ ਕਿ ਇਹਨੂੰ ਜਿਹੜਾ ਗੈਰ ਮਰਿਆਦਾ ਵਾਲਾ ਬੰਦਾ ਹੈ ਉਹਦੇ ਹੱਥ ਲੱਗ ਗਏ ਨੇ, ਇਹਨੂੰ ਮੈਂ ਇਸ ਕਰਕੇ ਸੁੱਚਾ ਕਰਕੇ ਤਾਂ ਖਾਵਾਂਗਾ। तो ये सारी सोच जड़ी है वो कोई बहुत ही फर्क नहीं है उस वैष्णव साधु की सोच नालों।
ਪਰ ਹਰ ਤਰੀਕੇ ਦੇ ਵੱਖੋ ਵੱਖਰੇ ਲੈਵਲ ਦੇ ਲੋਕ ਹਨ। ਕੋਈ ਖਾਣੇ ਦੇ ਪ੍ਰਤੀ ਬਹੁਤ ਜ਼ਿਆਦਾ ਇਸ ਤਰੀਕੇ ਦੀ ਸੌੜੀ ਸੋਚ ਰੱਖਦੇ ਹਨ। ਕਈਆਂ ਨੂੰ ਪਹਿਰਾਵੇ ਦੇ ਵਾਸਤੇ ਵੀ ਬੜੇ ਜ਼ਿਆਦਾ ਜਿਹੜੇ ਹਨ ਉਹ ਇਸ ਤਰੀਕੇ ਦੇ ਰਿਸਟ੍ਰਿਕਟਿਵ ਪ੍ਰੈਕਟਿਸਿਸ ਰੱਖਦੇ ਹਨ ਕਿ ਭਈ ਉਹਨਾਂ ਨੇ ਐਸੀਆਂ ਮਰਿਆਦਾਵਾਂ ਘੜ ਲਈਆਂ ਹਨ ਜਿਹੜੀਆਂ ਪ੍ਰੈਕਟੀਕਲੀ ਭਾਵੇਂ ਕਿੰਨੀਆਂ ਸਾਰੀਆਂ ਦਿੱਕਤਾਂ ਕ੍ਰੀਏਟ ਕਰਦੀਆਂ ਹੋਣ, ਪਰ ਉਹ ਸਮਝਦੇ ਹਨ ਕਿ ਭਈ ਇਹ ਤਰੀਕੇ ਜਿਹੜੇ ਹਨ ਇਹੀ ਗੁਰਸਿੱਖੀ ਦਾ ਮਾਰਗ ਹੈ। ਹੁਣ ਪੁਰਾਤਨ ਰਹਿਤਨਾਮਿਆਂ ਦੇ ਵਿੱਚ ਇਹ ਲਫ਼ਜ਼ ਭਾਵੇਂ ਆਉਂਦੇ ਹਨ ਕਿ ਜਿਹੜੇ 5 ਕਕਾਰੀ ਰਹਿਤ ਰੱਖਣੀ ਹੈ ਤਾਂ ਕਕਾਰ ਅੰਗ ਸੰਗ ਹੋਣੇ ਚਾਹੀਦੇ ਹਨ, ਪਰ ਇਹ ਅੰਗ ਸੰਗ ਦੇ ਲਫ਼ਜ਼ ਨੂੰ ਉਹਨਾਂ ਨੇ ਇਸ ਹੱਦ ਤੱਕ ਇਹਨੂੰ ਟਾਈਟ ਕਰ ਦਿੱਤਾ ਹੈ ਕਿ ਉਹ ਕਿਸੇ ਵਕਤ ਵੀ ਕਿਸੇ ਕਕਾਰ ਨੂੰ ਆਪਣੇ ਸਰੀਰ ਤੋਂ ਵੱਖਰਾ ਨਹੀਂ ਕਰਨਾ ਚਾਹੁੰਦੇ। ਇੱਥੋਂ ਤੱਕ ਕਿ ਜਦੋਂ ਉਹਨਾਂ ਨੇ ਕੇਸੀ ਇਸ਼ਨਾਨ ਕਰਨਾ ਹੁੰਦਾ ਹੈ ਤਾਂ ਉਹ ਕਿਰਪਾਨ ਆਪਣੀ ਕਮਰ ਨਾਲ ਬੰਨ ਲੈਂਦੇ ਹਨ ਤੇ ਕੰਘੇ ਨੂੰ ਦਾੜੀ 'ਚ ਲਗਾ ਲੈਂਦੇ ਹਨ। ਤੇ ਜੇ ਨਹਾਣਾ ਹੁੰਦਾ ਹੈ ਤੇ ਕਿਰਪਾਨ ਨੂੰ ਉੱਪਰ ਸਿਰ ਦੇ ਦੁਆਲੇ ਬੰਨ ਲੈਂਦੇ ਹਨ। ਕਛਹਿਰਾ ਬਦਲਣਾ ਹੁੰਦਾ ਹੈ ਤਾਂ ਪਹਿਲੇ ਇੱਕ ਪੌਂਚਾ ਉਤਾਰ ਕੇ ਦੂਜੇ ਦਾ ਕਛਹਿਰੇ ਦਾ ਦੂਜਾ ਪੌਂਚਾ ਪਾਉਣਗੇ, ਇੱਕ ਪੌਂਚਾ ਪਾਉਣਗੇ, ਫਿਰ ਦੂਜਾ ਪੌਂਚਾ ਉਤਾਰਨਗੇ ਤੇ ਦੂਜਾ ਪੌਂਚਾ ਪਾਉਣਗੇ। ਵੀ ਕਿਸੇ ਵਕਤ ਵੀ ਉਹਨਾਂ ਦਾ ਕਕਾਰ ਜਿਹੜਾ ਸਰੀਰ ਤੋਂ ਵੱਖਰਾ ਨਹੀਂ ਹੋਣਾ ਚਾਹੀਦਾ। ਤਾਂ ਇਸ ਤਰੀਕੇ ਦੀ ਬੜੀ ਸਟ੍ਰਿਕਟ ਡੈਫੀਨੇਸ਼ਨ ਜਿਹੜੀ ਹੈ ਇਹ ਇਹਨਾਂ ਦੀ ਆਪਣੀ ਸੋਚ ਹੈ। ਕਿਧਰੇ ਗੁਰੂ ਸਾਹਿਬ ਦੀਆਂ ਜੀਵਨ ਗਾਥਾਵਾਂ ਦੇ ਵਿੱਚੋਂ ਜਾਂ ਈਵਨ ਪੁਰਾਣੇ ਰਹਿਤਨਾਮਿਆਂ ਦੇ ਵਿੱਚੋਂ ਵੀ ਇਸ ਤਰੀਕੇ ਦੀ ਸਟ੍ਰਿਕਟ ਗੱਲਾਂ ਦੀ ਕਿਧਰੇ ਵੀ ਕੋਈ ਲਿਖਤ ਇੰਡੀਕੇਸ਼ਨ ਨਹੀਂ ਮਿਲਦੀ ਹੈ। ਪਰ ਜਿਹੜਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਦ੍ਰਿੜਤਾ ਦੇ ਨਾਲ ਸਿੱਖੀ 'ਚ ਪਹਿਰਾ ਦੇਣ ਵਾਲਾ ਮੰਨਦਾ ਹੈ ਉਹ ਇਸ ਤਰੀਕੇ ਦੀ ਮਰਿਆਦਾ ਨੂੰ ਅਪਣਾ ਲੈਂਦੇ ਹਨ। ਤੇ ਜਿਹੜੇ ਇਸ ਸਟ੍ਰਿਕਟ ਰੂਟੀਨ ਨੂੰ ਨਹੀਂ ਫਾਲੋ ਕਰਦੇ ਤਾਂ ਉਹਦੇ ਵਾਸਤੇ ਉਹ ਬੰਦੇ ਜਿਹੜੇ ਹਨ ਤਨਖਾਹੀਏ, ਕੁਰੈਤੀਏ ਇਸ ਕੈਟੇਗਰੀ 'ਚ ਆ ਜਾਂਦੇ ਹਨ। ਤਾਂ ਸਾਡੇ 'ਚ ਕਈ ਤਰ੍ਹਾਂ ਦੀ ਇਸ ਤਰ੍ਹਾਂ ਦੇ ਹੋਰ ਵੀ ਕਈ ਸਾਰੀਆਂ ਕਿਰਿਆਵਾਂ ਹਨ ਜਿਨ੍ਹਾਂ ਦਾ ਸੰਬੰਧ ਕੇਵਲ ਬਾਹਰੀ ਸਿੰਬਲਸ, ਬਾਹਰੀ ਮਰਿਆਦਾ, ਬਾਹਰੀ ਕਰਮਕਾਂਡ ਦੇ ਨਾਲ ਹੈ। ਇਸ ਬਾਰੇ ਕਦੀ ਕਿਸੇ ਨੇ ਕਿਸੇ ਦੂਜੇ ਦੇ ਨਾਲ ਕਦੀ ਕੋਈ ਬਹਿਸ ਨਹੀਂ ਕੀਤੀ, ਕਦੀ ਕਿਸੇ ਨੂੰ ਕੁਐਸਚਨ ਨਹੀਂ ਕੀਤਾ ਕਿ ਭਈ ਤੇਰੀ ਕਮਾਈ ਸੁੱਚੀ ਹੈ ਕਿ ਨਹੀਂ ਹੈ, ਕੀ ਤੂੰ ਝੂਠ ਬੋਲਦਾ ਹੈ ਕਿ ਨਹੀਂ ਬੋਲਦਾ, ਕੀ ਤੂੰ ਕਿਸੇ ਦਾ ਹੱਕ ਮਾਰਦਾ ਹੈ ਕਿ ਨਹੀਂ ਮਾਰਦਾ। ਇਹੋ ਜਿਹੀ ਚੀਜ਼ਾਂ ਬਾਰੇ ਅਸੀਂ ਕਿਸੇ ਨੂੰ ਕੁਐਸਚਨ ਕਰਦੇ ਹੀ ਨਹੀਂ ਹਾਂ। ਅਸੀਂ ਕੁਐਸਚਨ ਸਿਰਫ ਕਰਦੇ ਹਾਂ ਕਿ ਬਾਹਰੀ ਤੂੰ ਰਹਿਤ ਕਿਹੋ ਜਿਹੀ ਰੱਖਦਾ ਹੈ, ਬਾਹਰੀ ਭੋਜਨ ਕਿਸ ਤਰ੍ਹਾਂ ਦਾ ਖਾਂਦਾ ਹੈ, ਕਿਸ ਤਰੀਕੇ ਦੀ ਚੀਜ਼ਾਂ ਜਾਂ ਸਰੀਰਕ ਸੁੱਚ ਤੂੰ ਰੱਖਦਾ ਹੈ ਕਿ ਨਹੀਂ ਰੱਖਦਾ। ਇਹਨਾਂ ਚੀਜ਼ਾਂ ਵੱਲ ਸਾਡਾ ਧਿਆਨ ਬਹੁਤ ਜ਼ਿਆਦਾ ਹੁੰਦਾ ਹੈ। ਇਸ ਬਾਰੇ ਸਾਡਾ ਕਦੀ ਧਿਆਨ ਨਹੀਂ ਜਾਂਦਾ ਕਿ ਹੱਕ ਹਲਾਲ ਦੀ ਕਮਾਈ ਕਰਦੇ ਹੋ ਕਿ ਨਹੀਂ ਕਰਦੇ, ਜੇ ਆਪਣੇ ਵਪਾਰ ਦੇ ਵਿੱਚ ਤੁਸੀਂ ਸੱਚੀ ਕਿਰਤ ਕਰਦੇ ਹੋ ਕਿ ਨਹੀਂ ਕਰਦੇ, ਕਿਸੇ ਨੂੰ ਧੋਖਾ ਦਿੰਦੇ ਹੋ ਕਿ ਨਹੀਂ, ਕਿਸੇ ਤੇ ਜ਼ੁਲਮ ਕਰਦੇ ਹੋ ਕਿ ਨਹੀਂ। ਇਹਨਾਂ ਗੱਲਾਂ ਬਾਰੇ ਸਾਡਾ ਕੋਈ ਧਿਆਨ ਨਹੀਂ ਹੁੰਦਾ। ਭਾਵ ਕੀ ਹੈ ਕਿ ਜਿਹੜੇ ਅੰਦਰਲੇ ਗੁਣ ਹਨ ਉਹਨਾਂ ਦੇ ਵੱਲ ਸਾਡੀ ਅਟੈਂਸ਼ਨ ਘੱਟ ਹੁੰਦੀ ਹੈ। ਬਾਹਰਲੀ ਕਾਰਾਂ ਕੱਢਣ ਦੇ ਵਾਸਤੇ ਜਾਂ ਬਾਹਰਲੀ ਕਿਰਿਆਵਾਂ ਦੇ ਉੱਤੇ ਸਾਡਾ ਵੀ ਫੋਕਸ ਬਹੁਤ ਜ਼ਿਆਦਾ ਹੁੰਦਾ ਹੈ। ਤਾਂ ਇਸ ਸ਼ਲੋਕ ਤੋਂ ਇੱਕ ਉਪਦੇਸ਼ ਇਹ ਵੀ ਮਿਲਦਾ ਹੈ ਕਿ ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ, ਜੇ ਭੈੜੀ ਬੁੱਧੀ, ਜੇ ਬੇਤਰਸੀ, ਜੇ ਪਰਾਈ ਨਿੰਦਾ ਤੇ ਕ੍ਰੋਧ ਵਰਗੇ ਔਗਣ ਸਾਡੇ ਅੰਦਰ ਵੀ ਹਨ ਤਾਂ ਜਿਹੜੀਆਂ ਅਸੀਂ ਬਾਹਰਲੀਆਂ ਮਰਿਆਦਾਵਾਂ ਦੇ ਉੱਤੇ ਫੋਕਸ ਕਰ ਰਹੇ ਹਾਂ ਉਹ ਕਾਰਾਂ ਕੱਢਣ ਦੇ ਤੁਲ ਹੀ ਹਨ ਤੇ ਚਾਰੇ ਔਗਣ ਸਾਡੇ ਅੰਦਰ ਹੀ ਬੈਠੇ ਹੋਏ ਮੌਜੂਦ ਰਹਿਣਗੇ। ਅਸਲ ਕਾਰ ਕੱਢਣੀ ਹੈ ਸੱਚ ਦੀ, ਸੰਜਮ ਦੀ ਤੇ ਨਾਮਨ ਨਾਉ ਜਪੇਹੀ ਦੀ, ਕਰਨੀ ਦੀ ਕਾਰ ਕੱਢਣੀ ਹੈ। ਇਹ ਇਸ ਸ਼ਲੋਕ ਤੋਂ ਸਾਨੂੰ ਗੁਰੂ ਪਾਤਸ਼ਾਹ ਦਾ ਉਪਦੇਸ਼ ਮਿਲਦਾ ਹੈ। ਅਗਲਾ ਸ਼ਲੋਕ ਜਿਹੜਾ ਹੈ ਉਹ ਵੀ ਗੁਰੂ ਨਾਨਕ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ। ਮਹਿਲਾ ਪਹਿਲਾ, ਕਿਆ ਹੰਸ ਕਿਆ ਬਗੁਲਾ ਜਾਕੋ ਨਦਰ ਕਰੇ, ਜੋ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਇਹ ਸ਼ਲੋਕ ਵੀ ਬਹੁਤ ਜ਼ਿਆਦਾ ਪ੍ਰਚਲਿਤ ਹੈ, ਬਹੁਤ ਲੋਕਾਂ ਨੇ ਸੁਣਿਆ ਵੀ ਹੋਇਆ ਹੈ, ਪਰ ਬੜੇ ਹੀ ਡਿਫਰੈਂਟ ਅਰਥਾਂ ਵਿੱਚ, ਬੜੇ ਹੀ ਡਿਫਰੈਂਟ ਕੰਟੈਕਸਟ ਦੇ ਵਿੱਚ। ਇੱਥੋਂ ਤੱਕ ਕਿ ਇਸ ਸ਼ਲੋਕ ਨੂੰ ਵਰਤ ਕੇ ਤੇ ਉਹ ਰਜਨੀ ਦੀ ਸਾਖੀ ਦੇ ਨਾਲ ਜੋੜ ਕੇ ਆਮ ਤੌਰ ਤੇ ਪੇਸ਼ ਕੀਤਾ ਜਾਂਦਾ ਹੈ। ਤੇ ਜਿਹੜੀ ਇੱਕ ਫਿਲਮ ਵੀ ਬਣੀ ਸੀਗੀ ਦੁਖ ਭੰਜਨ ਤੇਰਾ ਨਾਮ, ਉਹਦੇ ਅੰਦਰ ਵੀ ਜਿਸ ਵੇਲੇ ਉਹ ਰਜਨੀ ਉੱਥੇ ਆਪਣੇ ਪਿੰਗਲੇ ਪਤੀ ਨੂੰ ਲੈ ਕੇ ਦਰਬਾਰ ਸਾਹਿਬ ਦੇ ਸਰੋਵਰ ਦੇ ਨੇੜੇ ਪਹੁੰਚਦੀ ਹੈ ਤੇ ਉਹ ਪਿੰਗਲਾ ਸਰੋਵਰ 'ਚ ਇਸ਼ਨਾਨ ਕਰਦਾ ਹੈ ਤੇ ਉਹਦਾ ਰੋਗ ਦੂਰ ਹੋ ਜਾਂਦਾ ਹੈ ਜਿਵੇਂ ਉਹ ਫਿਲਮ ਵਿੱਚ ਦਿਖਾਉਂਦੇ ਹਨ। ਤਾਂ ਉਸ ਵੇਲੇ ਨਾਲ ਬੈਕਗ੍ਰਾਉਂਡ ਦੇ ਵਿੱਚ ਇਹੀ ਸ਼ਲੋਕ ਚੱਲ ਰਿਹਾ ਹੁੰਦਾ ਹੈ, ਕਿਆ ਹੰਸ ਕਿਆ ਬਗੁਲਾ ਜਾਕੋ ਨਜ਼ਰ ਕਰੇ, ਜੋ ਤਿਸ ਭਾਵੇ ਨਾਨਕਾ ਕਾਗੋਂ ਹੰਸ ਕਰੇ। ਤੇ ਫਿਰ ਰਿਪੀਟ ਕਰੀ ਜਾਂਦੇ ਹਨ, ਕਾਗੋਂ ਹੰਸ ਕਰੇ। ਤੇ ਨਾਲ ਦੇ ਨਾਲ ਉੱਥੋਂ ਸਰੋਵਰ ਤੋਂ
ਦਿਖਾਉਂਦੇ ਹਨ ਕਿ ਕਾਂ ਉੱਡਦੇ ਹੋਏ ਆਏ, ਪਾਣੀ 'ਚ ਟੁੱਬੀ ਮਾਰੀ ਤੇ ਹੰਸ ਬਣ ਕੇ ਚਿੱਟੇ ਹੋ ਕੇ ਬਾਹਰ ਨਿਕਲ ਗਏ। ਤੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਬੈਠੀ ਹੋਈ ਹੈ ਵੀ ਇੱਥੇ ਤੇ ਕਾਗ ਔਰ ਹੰਸ ਦਾ ਮਤਲਬ ਇਹ ਹੋਈ ਹੈ ਵੀ ਕਾਂ ਆਉਂਦੇ ਹਨ ਤੇ ਜੇ ਰੱਬ ਨੂੰ ਭਾਵੇ ਤੇ ਕਾਂ ਦੇ ਹੰਸ ਬਣ ਜਾਂਦੇ ਹਨ। ਪਰ ਗੁਰਬਾਣੀ ਦੀ ਵਿਚਾਰ ਕਰਨ ਵਾਲੇ ਸੱਜਣ ਚੰਗੀ ਤਰ੍ਹਾਂ ਜਾਣਦੇ ਹਨ ਔਰ ਅਨੇਕਾਂ ਜਗ੍ਹਾ ਦੇ ਉੱਤੇ ਇਹ ਚੀਜ਼ ਗੁਰੂ ਸਾਹਿਬਾਨ ਨੇ ਭਾਵ-ਅਰਥਕ ਵਾਸਤੇ ਵਰਤੀ ਗਈ ਹੈ, ਅਲੰਕਾਰ ਦੇ ਰੂਪ ਵਿੱਚ ਵਰਤੀ ਹੈ। ਹੰਸ ਲਫ਼ਜ਼ ਵਰਤਿਆ ਗਿਆ ਹੈ ਗੁਰਮੁਖਾਂ ਵਾਸਤੇ ਤੇ ਬਗਲਾ ਵਰਤਿਆ ਗਿਆ ਹੈ ਮਨਮੁਖਾਂ ਵਾਸਤੇ। ਚੰਗੇ ਆਚਰਨ ਵਾਲੇ ਭਲੇ ਪੁਰਸ਼ਾਂ ਵਾਸਤੇ, ਪ੍ਰਭੂ ਦੇ ਭਗਤਾਂ ਵਾਸਤੇ ਲਫ਼ਜ਼ ਹੰਸ ਵਰਤਿਆ ਗਿਆ ਹੈ ਤੇ ਦੁਨਿਆਵੀ ਬਿਰਤੀ ਮਾਇਆ ਦੇ ਮਗਰ ਚੱਲਣ ਵਾਲਾ ਧੋਖੇਬਾਜ਼ੀ ਠੱਗੀ ਕਰਨ ਵਾਲੇ ਵਾਸਤੇ ਲਫ਼ਜ਼ ਬਗਲਾ ਵਰਤਿਆ ਗਿਆ ਹੈ। ਇਸੇ ਤਰ੍ਹਾਂ ਹੀ ਕਾਂ ਲਫ਼ਜ਼ ਜਿਹੜਾ ਹੈ ਉਹ ਵਿਸ਼ੇ ਵਿਕਾਰਾਂ ਦੇ ਵਾਸਤੇ ਵਰਤਿਆ ਗਿਆ ਹੈ। ਤੋ ਇਹ ਅਲੰਕਾਰ ਰੂਪ ਵਿੱਚ ਇਹਨਾਂ ਲਫ਼ਜ਼ਾਂ ਦੀ ਗੁਰਬਾਣੀ 'ਚ ਅਨੇਕਾਂ ਵਾਰੀ ਵਰਤੋਂ ਹੋਈ ਹੈ। ਤੋ ਇਸ ਕਰਕੇ ਇਹ ਜੋ ਅਰਥ ਹਨ ਔਰ ਜਿਹੜੇ ਗੱਲ ਜੋੜੀ ਗਈ ਹੈ ਕਾਗੋਂ ਹੰਸ ਕਰੇ ਵਾਲੀ, ਜੇ ਭਲਾ ਉਸ ਸਰੋਵਰ ਦੇ ਵਿੱਚੋਂ ਹੀ ਕਾਵਾਂ ਨੇ ਹੰਸ ਬਣ ਕੇ ਹੋਣਾ ਸੀ ਤਾਂ ਉਹ ਸਰੋਵਰ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਅਜੇ ਹੋਂਦ ਵਿੱਚ ਹੀ ਨਹੀਂ ਸੀਗਾ, ਜਿਸ ਦੇ ਨਾਲ ਜੋੜੀ ਜਾ ਰਹੇ ਨੇ। ਜਿਹੜੀ ਯੁੱਧਕ ਪੰਜਨੀ ਬੇਰੀ ਜਿਹੜੀ ਦਰਬਾਰ ਸਾਹਿਬ ਦੇ ਨਾਲ ਸਰੋਵਰ ਦੇ ਉੱਤੇ ਜਿੱਥੇ ਦੀ ਇਹ ਕਹਾਣੀ ਜੋੜੀ ਗਈ ਹੈ, ਉਹ ਸਰੋਵਰ ਤਾਂ ਅਜੇ ਹੋਂਦ ਵਿੱਚ ਹੀ ਨਹੀਂ ਆਇਆ ਸੀਗਾ, ਕਿਉਂਕਿ ਉਹ ਸਰੋਵਰ ਤਾਂ ਗੁਰੂ ਅਮਰਦਾਸ ਪਾਤਸ਼ਾਹ ਦੇ ਗੁਰਗੱਦੀ ਵੇਲੇ ਹੁਕਮ ਕੀਤਾ ਭਾਈ ਜੇਠਾ ਜੀ ਨੂੰ, ਉਹਨਾਂ ਨੇ ਸਰੋਵਰ ਦੀ ਜਿਹੜੀ ਕਟਾਈ ਦੀ ਆਰੰਭਤਾ ਕੀਤੀ। ਫਿਰ ਬਾਅਦ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਵੀ ਕੁਝ ਸਾਲ ਹੋਰ ਸਮਾਂ ਲੱਗ ਕੇ ਗੁਰੂ ਰਾਮਦਾਸ ਪਾਤਸ਼ਾਹ ਨੇ ਆਪਣੇ ਗੁਰਿਆਈ ਦੇ ਦੌਰਾਨ ਉਸ ਸਰੋਵਰ ਦੀ ਜਿਹੜੀ ਪੂਰੀ ਤਿਆਰੀ ਕੰਪਲੀਟ ਕਰਵਾਈ। ਬਾਅਦ ਵਿੱਚ ਉਹਦੇ 'ਚ ਗੁਰੂ ਅਰਜਨ ਪਾਤਸ਼ਾਹ ਦੇ ਸਮੇਂ ਤੇ ਦਰਬਾਰ ਸਾਹਿਬ ਦੀ ਬਿਲਡਿੰਗ ਜਿਹੜੀ ਅੰਦਰ ਬਣੀ। ਉਹ ਉਸ ਸਰੋਵਰ ਦੇ ਨਾਲ ਤਾਂ ਕਿਸੇ ਤਰੀਕੇ ਵੀ ਇਸ ਸ਼ਲੋਕ ਨੂੰ ਜੋੜਿਆ ਹੀ ਨਹੀਂ ਜਾ ਸਕਦਾ। ਤਾਂ ਅਸਲ ਅਰਥ ਜੋ ਇਸ ਦੇ ਹਨ ਉਹ ਇਹਨਾਂ ਲਫ਼ਜ਼ਾਂ ਦੇ ਜੋ ਭਾਵਾਰਥਕ ਅਰਥ ਹਨ ਉਹਨਾਂ ਨੂੰ ਸਮਝ ਕੇ ਹੀ ਕੀਤੇ ਜਾ ਸਕਦੇ ਹਨ ਕਿ ਜਾਂ ਕੋ ਨਦਰ ਕਰੇ ਜੋਤਿਸ ਭਾਵੇਂ ਜਾਂ ਕੋ ਨਦਰ ਕਰੇ। ਜਾਂ ਕੋ ਨਜ਼ਰ ਕਰੇ ਦਾ ਭਾਵ ਹੈ ਕਿ ਜਿਹਦੇ ਉੱਤੇ ਪ੍ਰਭੂ ਪਰਮਾਤਮਾ ਆਪਣੀ ਮਿਹਰ ਦੀ ਬਖਸ਼ਿਸ਼ ਦੀ ਨਜ਼ਰ ਕਰ ਦੇਵੇ, ਜਿਹਦੇ ਉੱਤੇ ਉਹ ਕਿਰਪਾ ਕਰ ਦੇਵੇ, ਪ੍ਰਭੂ ਦੀ ਮਿਹਰ ਜਿਹਦੇ ਉੱਤੇ ਹੋ ਜਾਵੇ। ਫਿਰ ਕੀ ਫਰਕ ਪੈਂਦਾ ਹੈ ਕਿ ਕੋਈ ਬਗਲਾ ਹੈ ਜਾਂ ਹੰਸ ਹੈ। ਬਗਲੇ ਤੋਂ ਵੀ ਹੰਸ ਬਣ ਸਕਦਾ ਹੈ ਜੇ ਪ੍ਰਭੂ ਦੀ ਮਿਹਰ ਹੋ ਜਾਵੇ। ਹੰਸ ਦੇ ਉੱਤੇ ਮਿਹਰ ਹੋਏਗੀ ਤਾਂ ਉਹ ਤਾਂ ਹੰਸ ਹੈ ਹੀ ਹੈ, ਉਹਦੇ ਅੰਦਰ ਤਾਂ ਹੋਰ ਗੁਨਾਹ ਦੀ ਸਮਝੋ ਬਹੁਤਾਤ ਹੋ ਜਾਏਗੀ। ਪਰ ਈਵਨ ਜਿਹੜਾ ਬਗਲਾ ਹੈ ਭਾਵ ਜਿਹੜਾ ਔਗਣਾ ਦਾ ਭਰਿਆ ਹੋਇਆ ਹੈ, ਜਿਹੜਾ ਅਜੇ ਪਖੰਡਾਂ ਦਾ ਭਰਿਆ ਹੋਇਆ ਹੈ, ਉਹਦੇ ਉੱਤੇ ਵੀ ਅਗਰ ਜੇ ਪ੍ਰਭੂ ਦੀ ਮਿਹਰ ਹੋ ਜਾਵੇ ਤਾਂ ਉਹਦੇ ਅੰਦਰੋਂ ਵੀ ਇਹ ਸਾਰੇ ਔਗਣ ਦੂਰ ਹੋ ਸਕਦੇ ਹਨ ਤੇ ਉਹ ਵੀ ਹੰਸ ਵਰਗਾ ਬਣ ਸਕਦਾ ਹੈ। ਜੋ ਤਿਸ ਭਾਵੇ ਨਾਨਕਾ ਕਾਗੋਂ ਹੰਸ ਕਰੇ। ਉਸ ਪ੍ਰਭੂ ਨੂੰ ਤਾਂ ਜੇ ਚੰਗਾ ਲੱਗੇ ਤਾਂ ਬਗਲਾ ਤਾਂ ਕੀ ਰਿਹਾ, ਪਖੰਡੀ ਦਾ ਨਿਰੇ ਪਖੰਡ ਵਾਲੇ ਜਿਹਦੇ ਦੋਸ਼ ਹੈ, ਜਿਹੜਾ ਬਿਲਕੁਲ ਹੀ ਮਾੜੇ ਆਚਰਨ ਵਾਲਾ ਕਾਗ ਵਰਗਾ ਕਾਂ ਵਰਗਾ ਜਿਹੜਾ ਗੰਦਗੀ 'ਚ ਜਿਹਦੀ ਚੁੰਝ ਹਮੇਸ਼ਾ ਡੁੱਬੀ ਰਹਿੰਦੀ ਹੈ, ਭਾਵ ਵਿਕਾਰੀ ਜੀਵਨ ਵਾਲਾ ਬੰਦਾ ਹੈ, ਐਸੇ ਇਨਸਾਨ ਨੂੰ ਵੀ ਪ੍ਰਭੂ ਹੰਸ ਬਣਾ ਸਕਦਾ ਹੈ, ਭਾਵ ਸ਼ੁਭ ਆਚਰਨ ਵਾਲਾ ਬਣਾ ਸਕਦਾ ਹੈ। ਇਹਦਾ ਭਾਵ ਅਰਥ ਇਹ ਹੈ ਕਿ ਪ੍ਰਭੂ ਦੀ ਮਿਹਰ ਦੀ ਨਜ਼ਰ ਜਿਸ ਇਨਸਾਨ ਤੇ ਵੀ ਹੋ ਜਾਵੇ ਉਹਦੇ ਜੀਵਨ ਦੇ ਵਿੱਚ ਇੰਪਰੂਵਮੈਂਟ ਐਸੀ ਹੋ ਜਾਂਦੀ ਹੈ ਕਿ ਉਹ ਵੀ ਬੜੇ ਉੱਚੇ ਦਰਜੇ ਦਾ ਇਨਸਾਨ ਬਣ ਜਾਂਦਾ ਹੈ। ਇਹਦਾ ਭਾਵ ਅਰਥ ਇਤਨਾ ਹੀ ਹੈ, ਚਾਹੇ ਉਹਦੇ ਅੰਦਰ ਕੁਝ ਗੁਣ ਪਹਿਲਾਂ ਵੀ ਹੋਣ ਤਾਂ ਵੀ ਉਹ ਹੋਰ ਵਧੇਰਾ ਗੁਣਵਾਨ ਹੋ ਜਾਂਦਾ ਹੈ। ਜੇ ਉਹਦੇ ਅੰਦਰ ਪਖੰਡ ਵਰਗੇ ਔਗਣ ਹੋਣ ਉਹ ਵੀ ਉਹਦੇ ਅੰਦਰੋਂ ਦੂਰ ਹੋ ਕੇ ਤੇ ਉਹ ਵੀ ਗੁਰਮੁਖ ਇਨਸਾਨ ਬਣ ਸਕਦਾ ਹੈ। ਜਿਹੜਾ ਵਿਸ਼ੇ ਵਿਕਾਰੀ ਬਿਲਕੁਲ ਹੀ ਵਿਕਾਰਾਂ ਦੇ ਵਿੱਚ ਖਚਤ ਹੈ, ਐਸੇ ਇਨਸਾਨ ਗੰਦੇ ਆਚਰਨ ਵਾਲੇ ਇਨਸਾਨ ਦੇ ਉੱਤੇ ਵੀ ਜੇ ਪ੍ਰਭੂ ਦੀ ਨਜ਼ਰ ਹੋ ਜਾਵੇ, ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ ਉਹ ਐਸੇ ਵਿਕਾਰੀ ਜੀਵ ਨੂੰ ਵੀ ਗੁਰਮੁਖ ਬਣਾ ਦਿੰਦਾ ਹੈ, ਉੱਜਲ ਬੁੱਧੀ ਵਾਲਾ ਚੰਗੇ ਗੁਨਾਹ ਵਾਲਾ ਇਨਸਾਨ ਬਣਾ ਦਿੰਦਾ ਹੈ। तो इस श्लोक का जो यही भावार्थ है, कोई ਕਾਂ ਤੋਂ ਬਗਲੇ ਤੋਂ ਕੋਈ ਹੰਸ ਹੁੰਸ ਨਹੀਂ ਬਣ ਰਹੇ। ਇਹ ਪ੍ਰਭੂ ਦੀ ਮਿਹਰ ਬਖਸ਼ਿਸ਼ ਇਨਸਾਨਾਂ ਦੇ ਵਾਸਤੇ ਹੋਵੇ ਤਾਂ ਉਹਨਾਂ ਇਨਸਾਨਾਂ ਦੇ ਅੰਦਰ ਸ਼ੁਭ ਗੁਣ ਪ੍ਰਗਟ ਹੋ ਜਾਂਦੇ ਹਨ ਤੇ ਗੁਣ ਹੁੰਦੇ ਹੀ ਪ੍ਰਭੂ ਦੀ ਮਿਹਰ ਨਾਲ ਪ੍ਰਗਟ ਹਨ, ਕਿਉਂਕਿ ਸਾਰੇ ਗੁਣਾਂ ਦਾ ਸੋਮਾ ਸਭ ਗੁਣਾਂ ਦਾ ਦਾਤਾ ਉਹ ਪ੍ਰਭੂ ਪਰਮਾਤਮਾ ਆਪ ਹੀ ਹੈ।
ਜੋ ਵੀ ਕਿਸੇ ਇਨਸਾਨ ਦੇ ਅੰਦਰ ਗੁਣ ਹਨ ਉਹ ਪ੍ਰਭੂ ਦੀ ਦਇਆ ਦੇ ਨਾਲ, ਪ੍ਰਭੂ ਦੀ ਬਖਸ਼ਿਸ਼ ਦੇ ਨਾਲ ਹੀ ਉਸ ਨੂੰ ਪ੍ਰਾਪਤ ਹੁੰਦੇ ਹਨ। ਤਾਂ ਇਹ ਸ਼ਲੋਕ ਵਿੱਚ ਇਹੀ ਭਾਵ ਦ੍ਰਿੜ ਕਰਵਾਇਆ ਗਿਆ ਹੈ ਕਿ ਇਹ ਪ੍ਰਭੂ ਦੀ ਮਿਹਰ ਬਖਸ਼ਿਸ਼ ਦਾ ਸਦਕਾ ਹੀ ਮਾੜੇ ਤੋਂ ਮਾੜੇ ਇਨਸਾਨ ਦੇ ਅੰਦਰ ਵੀ ਚੰਗੇ ਗੁਣ ਆ ਸਕਦੇ ਹਨ ਤੇ ਉਹ ਉੱਤਮ ਭਲਾ ਪੁਰਸ਼ ਬਣ ਸਕਦਾ ਹੈ। ਅੱਗੇ ਪੌੜੀ ਦੀ ਵਿਚਾਰ ਕਰਦੇ ਹਾਂ ਜੀ। ਪੌੜੀ ਵੀ ਐਸੀ ਹੈ ਜਿਹੜੀ ਬਹੁਤ ਜ਼ਿਆਦਾ ਅਸੀਂ ਸੁਣੀ ਹੋਈ ਹੈ, ਸਭ ਨੇ ਸੁਣੀ ਹੋਏਗੀ, ਔਰ ਆਮ ਤੌਰ ਦੇ ਉੱਤੇ ਕਿਸੇ ਵੀ ਕੰਮ ਦੀ ਸ਼ੁਰੂਆਤ ਵੇਲੇ ਇਸ ਪੌੜੀ ਦਾ ਕੀਰਤਨ ਕੀਤਾ ਜਾਂਦਾ ਹੈ। ਖਾਸ ਤੌਰ ਤੇ ਆਨੰਦ ਕਾਰਜ ਦੇ ਵੇਲੇ ਤਾਂ ਇਹਨੂੰ ਐਜ਼ ਅ ਪਾਰਟ ਆਫ ਮਰਿਆਦਾ ਹੀ ਇਹਨੂੰ ਮੰਨ ਕੇ ਤੇ ਇਹਦਾ ਕੀਰਤਨ ਕਰਨਾ ਸਮਝੋ ਕੰਪਲਸਰੀ ਹੀ ਮੰਨਿਆ ਜਾਂਦਾ ਹੈ। ਭਾਵੇਂ ਕਿ ਰਹਿਤ ਮਰਿਆਦਾ ਦੇ ਅੰਦਰ ਇਸ ਪੌੜੀ ਨੂੰ ਪੜ੍ਹਨ ਦੇ ਕੋਈ ਸਪੈਸੀਫਿਕ ਇੰਸਟਰਕਸ਼ਨ ਨਹੀਂ ਹੈ, ਪਰ ਇਹ ਇੱਕ ਐਸੀ ਪ੍ਰਚਲਿਤ ਮਰਿਆਦਾ ਬਣ ਚੁੱਕੀ ਹੈ ਕਿ ਵੀ ਇਹਦੇ ਬਗੈਰ ਤਾਂ ਆਨੰਦ ਕਾਰਜ ਦੀ ਮਰਿਆਦਾ ਨੂੰ ਪੂਰਾ ਹੋਇਆ ਮੰਨਿਆ ਹੀ ਨਹੀਂ ਜਾਂਦਾ। ਪਰ ਦਿੱਕਤ ਉੱਥੇ ਆਉਂਦੀ ਹੈ ਜਦੋਂ ਇਹਦੇ ਅਰਥਾਂ ਨੂੰ ਸਮਝੇ ਬਗੈਰ ਇਹਨੂੰ ਇੱਕ ਅਰਦਾਸ ਰੂਪ ਪੌੜੀ ਅਸੀਂ ਮੰਨ ਲੈਂਦੇ ਹਾਂ। ਤਾਂ ਆਓ ਪਹਿਲਾਂ ਇਸ ਦਾ ਪਾਠ ਕਰੀਏ, ਫਿਰ ਉਸ ਤੋਂ ਬਾਅਦ ਇਹਦੀ ਵਿਚਾਰ ਕਰਦੇ ਹਾਂ ਕਿ ਇਹ ਅਰਦਾਸ ਹੈ ਕਿ ਇਹ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਪੌੜੀ ਹੈ। ਤਾਂ ਪੌੜੀ ਦੇ ਜੋ ਸ਼ਬਦ ਹਨ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ, ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਐ, ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ। ਹੁਣ ਇੱਕ ਗੱਲ ਜਿਹੜੀ ਸਮਝਣੀ ਬਹੁਤ ਜ਼ਰੂਰੀ ਹੈ ਕਿ ਵਿਆਕਰਨ ਦੇ ਨਿਯਮਾਂ ਦੇ ਮੁਤਾਬਕ ਆਖੀਏ ਲਫ਼ਜ਼ ਦਾ ਅਰਥ ਕਿਸੇ ਤਰੀਕੇ ਵੀ ਆਖੋ ਨਹੀਂ ਹੋ ਸਕਦਾ। ਆਖੀਏ ਦਾ ਅਰਥ ਹੁੰਦਾ ਹੈ ਆਖੀਦਾ ਹੈ ਜਾਂ ਆਖਿਆ ਜਾਂਦਾ ਹੈ, ਜਾਂ ਬਹੁਤ ਸਟ੍ਰੈਚ ਕਰੋ ਇਹਨੂੰ ਤਾਂ ਇਹ ਕਹਿ ਸਕਦੇ ਆ ਵੀ ਆਖਣਾ ਚਾਹੀਦਾ ਹੈ। ਹਾਲਾਂਕਿ ਉਹ ਕੋਈ ਜ਼ਿਆਦਾ ਐਕੂਰੇਟ ਅਰਥ ਨਹੀਂ ਹੈ, ਬਲਕਿ ਜੋ ਸਹੀ मीनिंग है वो यही है भी आखीदा है या आख्या जाता है, ये अर्थ हैं। तो पहली पंक्ति गुरु साहब जो इत्थे गल समझा रहे हैं कि कीता लोड़ीए काम सो हर पै आखीए, कि जे असी कोई काम करना मंगते हाँ, लोड़ीए का भाव होंदा है चाहते हाँ, जे सानू लोड़ है, जे असी जिहड़ा काम करना मंगते हाँ भी साडा काम हो जाए, ਤਾਂ ਕੀ ਹੁੰਦਾ ਹੈ ਉਹ ਹਰੀ ਨੂੰ ਆਖੀਦਾ ਹੈ ਜਾਂ ਹਰੀ ਨੂੰ ਆਖਿਆ ਜਾਂਦਾ ਹੈ। ਪਰਮਾਤਮਾ ਅੱਗੇ ਉਹਦੀ ਬੇਨਤੀ ਕੀਤੀ ਜਾਂਦੀ ਹੈ, ਅਰਦਾਸ ਕੀਤੀ ਜਾਂਦੀ ਹੈ ਕਿ ਭਈ ਪਰਮਾਤਮਾ ਦੇ ਅੱਗੇ ਬੇਨਤੀ ਕਰੋ ਤੇ ਕੰਮ ਵਿੱਚ ਸਫਲਤਾ ਮਿਲਦੀ ਹੈ। ਇਹ ਇੱਕ ਸਟੇਟਮੈਂਟ ਹੈ, ਇਹ ਕੋਈ ਆਰਡਰ ਨਹੀਂ ਹੈ, ਸੁਜੈਸ਼ਨ ਨਹੀਂ ਹੈ ਕਿ ਤੁਸੀਂ ਕੋਈ ਕੰਮ ਕਰਨਾ ਹੈ ਜੀ ਉਹ ਹਰੀ ਨੂੰ ਆਖੋ। ਇਸ ਤਰੀਕੇ ਨਾਲ ਨਹੀਂ ਕਿਹਾ ਜਾ ਰਿਹਾ, ਦਾ मीनिंग ਇਹ ਨਹੀਂ ਹੈਗਾ, ਬਲਕਿ ਜਨਰਲ ਸਟੇਟਮੈਂਟ ਆਫ ਫੈਕਟ ਹੈ कि जो भी असी कोई काम करना पूरा होना मंगते हाँ, चाहते हाँ कि साडा काम हो जाए, तो असी हरी दे अगे उसनू पेश करते हाँ, उन्होंने बेनती करते हाँ, उन्होंने आखते हैं। ये सारे लफज इसे ही सेंस विच आते हैं। अगली पंक्ति है कारज दे सवार सतगुर सच साखी है। दे सवार का मतलब होंदा है सवार दिंदा है, कारज ਭਾਵ ਕੰਮ, ਜਿਹੜਾ ਵੀ ਕੰਮ ਅਸੀਂ ਪ੍ਰਭੂ ਨੂੰ ਬੇਨਤੀ ਕਰਦੇ ਹਾਂ, ਹਰੀ ਨੂੰ ਆਖਦੇ ਹਾਂ, ਕਾਰਜ ਦੇ ਸਵਾਰ, ਉਹ ਪ੍ਰਭੂ ਦਾ ਇਹ ਬਿਰਧ ਹੈ, ਉਹਦਾ ਸੁਭਾਅ ਹੈ ਕਿ ਉਹ ਉਸ ਨੂੰ ਸਵਾਰ ਦਿੰਦਾ ਹੈ, ਉਹਨੂੰ ਉਹਦੇ ਅੰਦਰ ਸਫਲਤਾ ਪਾ ਦਿੰਦਾ ਹੈ, ਉਸ ਕੰਮ ਨੂੰ ਚੰਗੀ ਤਰ੍ਹਾਂ ਕਰਨ ਦਾ ਕੋਈ ਨਾ ਕੋਈ ਤਰੀਕਾ ਢੰਗ ਬਣਾ ਦਿੰਦਾ ਹੈ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਇਹ ਜਿਹੜਾ ਸੈਕੰਡ ਪਾਰਟ ਹੈ ਸਤਿਗੁਰ ਸੱਚ ਸਾਖੀ ਹੈ, ਇਹਦੇ ਅਰਥਾਂ ਬਾਰੇ ਵੀ ਵਿਦਵਾਨਾਂ 'ਚ ਥੋੜਾ ਜਿਹਾ ਮਾਮੂਲੀ ਜਿਹਾ ਮਤਭੇਦ ਹੈ। ਕੁਝ ਅਰਥ ਇਹਦਾ ਕਰਦੇ ਹਨ ਕਿ ਸਤਿਗੁਰ ਇਸ ਗੱਲ ਦੀ ਸਾਖੀ ਭਰਦਾ ਹੈ ਜਾਂ ਗਵਾਹੀ ਦਿੰਦਾ ਹੈ। ਦੂਜੇ ਇਹ ਕਹਿੰਦੇ ਹਨ ਕਿ ਸਤਿਗੁਰ ਸੱਚ ਸਾਖੀ ਹੈ, ਕਿ ਸੱਚੇ ਸਤਿਗੁਰ ਦੀ ਸਿੱਖਿਆ ਦੇ ਦੁਆਰਾ। ਸਾਖੀ ਦਾ ਅਰਥ ਸਿੱਖਿਆ ਵੀ ਹੈ ਤੇ ਸਾਖੀ ਦਾ ਅਰਥ ਗਵਾਹੀ ਵੀ ਹੈ, ਦੋਨੋਂ ਹੀ ਅਰਥਾਂ ਵਿੱਚ ਇਹ ਲਫ਼ਜ਼ ਗੁਰਬਾਣੀ ਦੇ ਅੰਦਰ ਇਸਤੇਮਾਲ ਹੋਇਆ ਹੈ। ਤੇ ਅਰਥ ਭਾਵੇਂ ਕਿਸ ਤਰੀਕੇ ਵੀ ਕਰ ਲਵੋ, ਇਹਦੇ ਭਾਵ ਅਰਥ ਇਹੀ ਹੈ ਕਿ ਗੁਰੂ ਦੀ ਸਿੱਖਿਆ ਜਿਹੜੀ ਹੈ ਉਹ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਪਰਮਾਤਮਾ ਆਪਣੇ ਸੇਵਕਾਂ ਦੇ ਕਾਰਜ ਸਵਾਰ ਦਿੰਦਾ ਹੈ।
ਹੁਣ ਇਹ ਵੀ ਇੱਕ ਸਟੇਟਮੈਂਟ ਹੈ ਕਿ ਇਹ ਫੈਕਟ ਹੈ, ਪ੍ਰਭੂ ਦੀ ਵਡਿਆਈ ਹੈ ਕਿ ਉਹ ਆਪਣੇ ਸੇਵਕਾਂ ਦੇ ਕੰਮ ਸਵਾਰ ਦਿੰਦਾ ਹੈ। ਪਰ ਕਿਉਂਕਿ ਇਹ ਰਿਵਾਜ ਬਣਿਆ ਹੋਇਆ ਹੈ ਕਿ ਇਸ ਪੌੜੀ ਨੂੰ ਅਸੀਂ ਅਰਦਾਸ ਰੂਪ ਵਿੱਚ, ਬੇਨਤੀ ਰੂਪ ਵਿੱਚ ਸਮਝਦੇ ਹਾਂ, ਤੇ ਕਈ ਲੋਕੀ ਤਾਂ ਪੜ੍ਹਨ ਲੱਗਿਆ ਇਹਦੀ ਸ਼ਬਦਾਵਲੀ ਹੀ ਬਦਲ ਕੇ ਇਸ ਤਰੀਕੇ ਨਾਲ ਪੜ੍ਹ ਦਿੰਦੇ ਹਨ ਜੀ, ਕਾਰਜ ਦਿਓ ਜੀ ਸਵਾਰ ਸਤਿਗੁਰ ਸੱਚ ਸਾਖੀ ਹੈ। ਜਦਕਿ ਲਫ਼ਜ਼ ਜੋ ਗੁਰੂ ਰਾਮਦਾਸ ਪਾਤਸ਼ਾਹ ਨੇ ਉਚਾਰਨ ਕੀਤੇ ਹਨ ਉਹ ਹਨ ਕਾਰਜ ਦੇ ਸਵਾਰ। ਦੇ ਸਵਾਰ, ਸਵਾਰ ਦਿੰਦਾ ਹੈ। ਉਹਦੇ ਅਰਥ ਕਿਸੇ ਤਰੀਕੇ ਵੀ ਇਹ ਨਹੀਂ ਕੀਤੇ ਜਾ ਸਕਦੇ ਕਿ ਸਵਾਰ ਦਿਓ ਜੀ, ਇਹ ਰਿਕੁਐਸਟ ਨਹੀਂ ਹੈ, ਇਹ ਇੱਕ ਸਟੇਟਮੈਂਟ ਹੈ, ਉਹਦੀ ਸਿਫਤ ਹੈ, ਵਡਿਆਈ ਗੁਰੂ ਸਾਹਿਬ ਦੱਸ ਰਹੇ ਹਨ ਕਿ ਪਰਮਾਤਮਾ ਦੀ ਇਹ ਵਡਿਆਈ ਹੈ ਕਿ ਉਹ ਆਪਣੇ ਸੇਵਕਾਂ ਦੇ ਕਾਰਜ ਸਵਾਰ ਦਿੰਦਾ ਹੈ। ਸਤਿਗੁਰ ਸੱਚ ਸਾਖੀ ਹੈ। ਇਹ ਸਤਿਗੁਰ ਦੀ ਸਿੱਖਿਆ ਦੁਆਰਾ ਇਹ ਕਾਰਜ ਇਸ ਤਰ੍ਹਾਂ ਸਵਰ ਜਾਂਦੇ ਹਨ, ਜਾਂ ਦੂਜੇ ਅਰਥਾਂ 'ਚ ਕਹੋ ਕਿ ਸਤਿਗੁਰ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪਰਮਾਤਮਾ ਦਾ ਇਹ ਬਿਰਧ ਹੈ, ਇਹ ਉਹਦਾ ਸੁਭਾਅ ਹੈ ਕਿ ਉਹ ਆਪਣੇ ਸੇਵਕਾਂ ਦੇ ਕਾਰਜ ਸਵਾਰ ਦਿੰਦਾ ਹੈ। ਤੋ ਆਖੀਆ ਲਫ਼ਜ਼ ਦਾ ਅਰਥ ਹੈ ਆਖਿਆ ਜਾਂਦਾ ਹੈ, ਆਖੀਦਾ ਹੈ। ਸਾਖੀਏ ਦਾ ਅਰਥ ਹੈ ਗੁਰੂ ਇਸ ਗੱਲ ਦੀ ਸਾਖੀ ਭਰਦਾ ਹੈ ਜਾਂ ਸਿੱਖਿਆ ਦਿੰਦਾ ਹੈ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਹੈ। ਜੇ ਅਸੀਂ ਸੰਤਾਂ ਦੀ ਸੰਗਤ ਕਰੀਏ ਤੇ ਉਹਨਾਂ ਦੇ ਪਾਸੋਂ ਜੋ ਨਾਮ ਖਜ਼ਾਨਾ ਮਿਲਦਾ ਹੈ ਉਹ ਨਾਮ ਰੂਪੀ ਅੰਮ੍ਰਿਤ ਚਖਿਆ ਜਾਂਦਾ ਹੈ। ਸਾਨੂੰ ਵੀ ਉਹ ਉਸ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ। ਚਾਖੀ ਹੈ, ਚਾਖਿਆ ਜਾਂਦਾ ਹੈ, ਚਖੀਦਾ ਹੈ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਹੈ। ਪ੍ਰਭੂ ਦੇ ਪਿਆਰੇ ਭਗਤਾਂ ਦਾ ਜਦੋਂ ਸੰਗਤ ਕਰੋ ਤੇ ਉਹਨਾਂ ਪਾਸ ਜੋ ਅੰਮ੍ਰਿਤ ਜੀਵਨ ਦੇਣ ਵਾਲਾ ਨਾਮ ਅੰਮ੍ਰਿਤ ਜੋ ਹੈ ਉਸ ਦਾ ਖਜ਼ਾਨਾ ਉਹਨਾਂ ਪਾਸੋਂ ਪ੍ਰਾਪਤ ਹੁੰਦਾ ਹੈ ਤੇ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਐਸੇ ਨਾਮ ਅੰਮ੍ਰਿਤ ਨੂੰ ਚਖਦੇ ਹਨ, ਪ੍ਰਾਪਤ ਕਰ ਲੈਂਦੇ ਹਨ। ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀ ਹੈ। ਭੈ ਭੰਜਨ, ਡਰ ਨੂੰ ਨਾਸ਼ ਕਰਨ ਵਾਲਾ, ਡਰ ਨੂੰ ਤੋੜਨ ਵਾਲਾ, ਖਤਮ ਕਰਨ ਵਾਲਾ। ਭੈ ਭੰਜਨ ਇਹ ਪ੍ਰਮਾਤਮਾ ਵਾਸਤੇ ਆਇਆ ਹੈ। ਮਿਹਰਬਾਨ, ਉਹ ਮੇਰਾ ਦਾ ਸਾਈਂ, ਮਿਹਰ ਕਰਨ ਵਾਲਾ ਪ੍ਰਮਾਤਮਾ, ਇਹ ਵੀ ਪ੍ਰਮਾਤਮਾ ਵਾਸਤੇ ਆਇਆ ਹੈ। ਦਾਸ ਕੀ ਰਾਖੀ ਹੈ, ਉਹ ਦਾਸਾਂ ਦੀ ਲਾਜ ਰੱਖ ਲੈਂਦਾ ਹੈ, ਰੱਖਦਾ ਹੈ, ਇਹ ਉਹਦਾ ਸੁਭਾਅ ਹੈ। ਤੋ ਇੱਥੇ ਵੀ ਕੋਈ ਬੇਨਤੀ ਨਹੀਂ ਹੋ ਰਹੀ ਕਿ ਦਾਸਾਂ ਕੀ ਰਾਖੋ, ਰਾਖੋ ਨਹੀਂ ਆ ਰਿਹਾ, ਰਾਖੀ ਹੈ, ਰੱਖਦਾ ਹੈ। ਉਹਨਾਂ ਦੀ ਇੱਜ਼ਤ ਰੱਖ ਲੈਂਦਾ ਹੈ, ਉਹਨਾਂ ਦੀ ਪੈਜ ਰੱਖ ਲੈਂਦਾ ਹੈ, ਉਹਨਾਂ ਦੀ ਇੱਜ਼ਤ ਰੱਖ ਲੈਂਦਾ ਹੈ। ਤੋ ਇਹ ਪ੍ਰਮਾਤਮਾ ਦੀ ਵਡਿਆਈ ਹੈ ਕਿ ਉਹ ਡਰ ਨੂੰ ਨਾਸ਼ ਕਰਨ ਵਾਲਾ, ਉਹ ਮਿਹਰਬਾਨ ਪ੍ਰਭੂ ਦਾਸਾਂ ਦੀ ਪੈਜ ਰੱਖਦਾ ਹੈ। ਆਖਰੀ ਪੰਕਤੀ 'ਚ ਗੁਰੂ ਸਾਹਿਬ ਕਹਿੰਦੇ ਹਨ, ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਆ। ਹੈ ਨਾਨਕ, ਇਸ ਤਰੀਕੇ ਹਰੀ ਦੇ ਗੁਣ ਗਾਇਆ, ਪ੍ਰਭੂ ਦੀ ਸਿਫਤਾਂ ਕੀਤੀਆਂ, ਉਸ ਨਾ ਲਖੇ ਜਾਣ ਵਾਲੇ ਪ੍ਰਭੂ ਨੂੰ ਲਖ ਲਈਦਾ ਹੈ। ਭਾਵ ਉਹਦੇ ਨਾਲ ਸਾਂਝ ਪੈ ਜਾਂਦੀ ਹੈ ਕਿ ਵੈਸੇ ਤਾਂ ਉਹ ਪ੍ਰਭੂ ਦੇ ਗੁਣ ਗਿਣੇ ਨਹੀਂ ਜਾ ਸਕਦੇ, ਉਹਨਾਂ ਦਾ ਅੰਤ ਪਾਇਆ ਨਹੀਂ ਜਾ ਸਕਦਾ, ਉਹਦੇ ਕੋਈ ਚੇਨ, ਉਹਦੇ ਕੋਈ ਚੱਕਰ, ਉਹਦੀ ਕੋਈ ਆਕਾਰ ਰੂਪ ਰੰਗ ਦੇ ਬਾਰੇ ਕੋਈ ਸੋਝੀ ਹੋ ਨਹੀਂ ਸਕਦੀ। ਪਰ ਉਹਦੇ ਗੁਣਾਂ ਨਾਲ ਸਾਂਝ ਪਾ ਕੇ, ਉਹਦੇ ਗੁਣਾਂ ਦੇ ਨਾਲ ਸਾਂਝ ਪਾ ਕੇ ਉਹਦੀ ਪਹਿਚਾਨ, ਉਹਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ ਕਿ ਸਾਨੂੰ ਉਹਦੇ ਗੁਣਾਂ ਦੇ ਨਾਲ ਥੋੜਾ ਫੈਮਿਲੀਅਰਿਟੀ ਹੋ ਜਾਂਦੀ ਹੈ, ਉਹਦੇ ਗੁਣ ਸਾਡੇ ਅੰਦਰ ਵੀ ਆ ਜਾਂਦੇ ਹਨ। ਤਾਂ ਇਸ ਤਰ੍ਹਾਂ ਪ੍ਰਭੂ ਨਾਲ ਸਾਂਝ ਪੈ ਜਾਂਦੀ ਹੈ। ਤੋ ਇਹ ਸਾਰੇ ਪੰਜੋ ਪੰਕਤੀਆਂ ਜਿਹੜੀਆਂ ਹਨ ਗੁਰੂ ਰਾਮਦਾਸ ਪਾਤਸ਼ਾਹ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਉਚਾਰੀਆਂ ਹਨ ਕਿ ਪ੍ਰਭੂ ਦੇ ਵਡਿਆਈਆਂ ਹਨ ਕਿ ਕੋਈ ਵੀ ਉਹਦੇ ਸ਼ਰਨ ਵਿੱਚ ਆ ਕੇ ਕੋਈ ਇਨਸਾਨ ਆਪਣਾ ਕਰਨ ਵਾਲੇ ਕੰਮ ਦੇ ਬਾਰੇ ਉਹਦੇ ਅੱਗੇ ਆਪਣੀ ਅਰਦਾਸ ਕਰਦਾ ਹੈ ਤਾਂ ਇਹ ਪ੍ਰਭੂ ਦਾ ਸੁਭਾਅ ਹੈ ਕਿ ਉਹ ਆਪਣੀ ਸ਼ਰਨ ਵਿੱਚ ਪਏ ਹੋਏ ਆਪਣੇ ਸੇਵਕਾਂ ਦੇ ਕੰਮ ਸਵਾਰ ਦਿੰਦਾ ਹੈ। ਇਹ ਸੱਚੇ ਗੁਰੂ ਦੀ ਇਸ ਬਾਰੇ ਇਹ ਗਵਾਹੀ ਵੀ ਹੈ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਏ। ਜੇ ਸੰਤਾਂ ਦੀ ਸੰਗਤ ਕਰੋ, ਪ੍ਰਭੂ ਦੇ ਪਿਆਰੇ ਭਗਤਾਂ ਦੀ ਸੰਗਤ ਕਰੋ ਤੇ ਉਹਨਾਂ ਦੀ ਸੰਗਤ ਵਿੱਚ ਜੋ ਨਾਮ ਅੰਮ੍ਰਿਤ ਦੀ ਦਾਤ ਮਿਲਦੀ ਹੈ ਉਹ ਸੰਗਤ ਕਰਨ ਵਾਲੇ ਨੂੰ ਵੀ ਪ੍ਰਾਪਤ ਹੋ ਜਾਂਦੀ ਹੈ। ਉਹ ਡਰ ਦਾ ਨਾਸ਼ ਕਰਨ ਵਾਲਾ ਮਿਹਰਬਾਨ ਪ੍ਰਭੂ ਆਪਣੇ ਦਾਸਾਂ ਭਗਤਾਂ ਦੀ ਪੈਜ ਰੱਖਦਾ ਹੈ। ਇਹ ਨਾਨਕ, ਇਸ ਤਰੀਕੇ ਨਾਲ ਪ੍ਰਭੂ ਦੀ ਸਿਫਤ ਕੀਤਿਆਂ, ਉਹਦੇ ਗੁਣ ਗਾਇਆ, ਉਸ ਅਲਖ ਪ੍ਰਭੂ ਦੇ ਨਾਲ ਵੀ ਗੁਣਾਂ ਦੀ ਸਾਂਝ ਪੈ ਜਾਂਦੀ ਹੈ। ਤਾਂ ਹੁਣ ਇਹ ਜੋ ਪੌੜੀ ਹੈ ਇਹ ਪ੍ਰਭੂ ਦੀ ਸਿਫਤ ਸਲਾਹ ਦੀ ਪੌੜੀ ਹੈ, ਨਾ ਕਿ ਕੋਈ ਬੇਨਤੀ ਦੀ ਅਰਦਾਸ ਦੀ ਪੌੜੀ ਹੈ, ਜਿਸ ਸੈਂਸ ਦੇ ਵਿੱਚ ਇਹਨੂੰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਕਿਹਾ ਜਾਂਦਾ ਹੈ। ਬਹੁਤੀ ਵਾਰੀ
ਰਾਗੀ ਸਿੰਘ ਜਾਂ ਗ੍ਰੰਥੀ ਸਿੰਘ ਬਕਾਇਦਾ ਇਸ ਤਰੀਕੇ ਨਾਲ ਹੀ ਬੋਲ ਕੇ ਆਖਦੇ ਹਨ ਕਿ ਜੀ ਅਰਮਤਾ ਦੀ ਅਰਦਾਸ ਕਰਨ ਦੇ ਪੌੜੀ ਪੜੋ ਜੀ। ਤੇ ਉਹ ਕੀਤਾ ਲੋੜੀਆ ਕੰਮ ਸੁਹਾਰ ਪੈ ਆਖੀਏ ਵਾਲਾ ਜਿਹੜਾ ਹੈ ਇਹ ਪੌੜੀ ਨੂੰ ਉੱਥੇ ਗਾਇਨ ਕੀਤਾ ਜਾਂਦਾ ਹੈ। ਤੋ ਇਸ ਗੱਲ ਦਾ ਸਾਨੂੰ ਸਪਸ਼ਟ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਕਿ ਇਸ ਪੌੜੀ ਦੇ ਅਸਲ ਅਰਥ ਕੀ ਹਨ, ਭਾਵ ਅਰਥ ਕੀ ਹਨ। ਕਿ ਘੱਟੋ ਘੱਟ ਇਹ ਬੇਨਤੀ ਦੀ ਪੌੜੀ ਤਾਂ ਨਹੀਂ ਹੈ, ਪ੍ਰਭੂ ਦੀ ਸਿਫਤ ਸਲਾਹ ਦੀ ਪੌੜੀ ਹੈ। ਹਾਂ, ਇਹਦੇ 'ਚ ਕੋਈ ਹਰਜ ਨਹੀਂ ਹੈ ਕਿ ਜੇ ਇਹਨੂੰ ਆਨੰਦ ਕਾਰਜ ਦੀ ਅਰਮਤਾ ਦੇ ਪੜ੍ਹਿਆ ਜਾਂਦਾ ਹੈ, ਪ੍ਰਭੂ ਦੀ ਸਿਫਤ ਸਲਾਹ ਕਰਨੀ ਉਸ ਮੌਕੇ ਦੇ ਮੁਤਾਬਕ ਵੀ ਬਣਦੀ ਹੈ। ਪਰ ਇਸ ਗੱਲ ਦੀ ਸੋਝੀ ਸਾਨੂੰ ਹੋਣੀ ਚਾਹੀਦੀ ਹੈ ਕਿ ਅਰਮਤਾ ਦੀ ਅਰਦਾਸ ਨਹੀਂ ਹੈ, ਕੋਈ ਅਰਮਤਾ ਕਰਨ ਦੀ ਕੋਈ ਇਸ ਪਰਪਸ ਵਾਸਤੇ ਲਿਖੀ ਹੋਈ ਪੌੜੀ ਨਹੀਂ ਹੈ ਕਿ ਇਹ ਪੌੜੀ ਪੜ੍ਹ ਕੇ ਕਿਸੇ ਕੰਮ ਦੀ ਅਰਮਤਾ ਕੀਤੀ ਜਾਵੇ। ਤੋ ਸ਼ਲੋਕਾਂ ਦੇ ਵਿੱਚ ਗੁਰੂ ਸਾਹਿਬ ਨੇ ਜੀਵਨ ਦੇ ਅੰਦਰ ਬਾਹਰੀ ਕਰਮ ਕਾਂਡਾਂ, ਬਾਹਰੀ ਰਸਮਾਂ ਰਿਵਾਜਾਂ, ਬਾਹਰੀ ਧਾਰਮਿਕ ਰੀਤਾਂ ਤੋਂ ਧਿਆਨ ਹਟਾ ਕੇ ਅੰਦਰ ਸ਼ੁਭ ਗੁਣ ਧਾਰਨ ਕਰਨ ਦੇ ਵਾਸਤੇ ਪ੍ਰੇਰਨਾ ਕੀਤੀ ਹੈ। ਤੇ ਦੂਸਰੇ ਸ਼ਲੋਕ ਦੇ ਅੰਦਰ ਪਰਮਾਤਮਾ ਦੀ ਵਡਿਆਈ ਕਰਦਿਆਂ ਹੋਇਆਂ ਇਸ ਗੱਲ ਨੂੰ ਦ੍ਰਿੜ ਕਰਵਾਇਆ ਹੈ ਕਿ ਜੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੋ ਜਾਵੇ ਤਾਂ ਮਾੜੇ ਤੋਂ ਮਾੜਾ ਮਨੁੱਖ, ਜਿਹੜਾ ਕਾਂ ਵਰਗਾ ਵਿਕਾਰੀ ਜੀਵਨ ਜੀਣ ਵਾਲਾ ਮਨੁੱਖ ਹੈ, ਉਹ ਵੀ ਹੰਸਾਂ ਵਰਗਾ ਉੱਚੇ ਗੁਣਾਂ ਵਾਲਾ, ਸ਼ੁਭ ਗੁਣਾਂ ਵਾਲਾ ਗੁਰਮੁਖ ਸੱਜਣ ਬਣ ਸਕਦਾ ਹੈ। ਇਹ ਪ੍ਰਭੂ ਦਾ ਬਿਰਧ ਹੈ। ਉਹੀ ਗੱਲ ਪੌੜੀ ਵਿੱਚ ਵੀ ਸਮਝਾਈ ਗਈ ਹੈ ਕਿ ਪ੍ਰਭੂ ਦਾ ਇਹ ਸੁਭਾਅ ਹੈ ਕਿ ਜਿਹੜਾ ਵੀ ਉਹਦੀ ਸ਼ਰਨ ਵਿੱਚ ਆਉਂਦਾ ਹੈ, ਆਪਣੇ ਕੰਮ ਵਾਸਤੇ ਕੋਈ ਵੀ ਬੇਨਤੀ ਕਰਦਾ ਹੈ, ਪ੍ਰਭੂ ਉਹਦੇ ਕਾਰਜ ਸਵਾਰ ਦਿੰਦਾ ਹੈ। ਉਹਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਪ੍ਰਭੂ ਦਾ ਨਾਮ ਰੂਪੀ ਅੰਮ੍ਰਿਤ ਦੀ ਦਾਤ ਮਿਲਦੀ ਹੈ। ਪ੍ਰਭੂ ਦਾ ਇਹ ਸੁਭਾਅ ਹੈ ਕਿ ਉਹ ਮਿਹਰ ਕਰਕੇ ਦਾਸਾਂ ਦੀ ਪੈਜ ਰੱਖਦਾ ਹੈ। ਤੇ ਇਸ ਤਰੀਕੇ ਦੀ ਸਿਫਤ ਸਲਾਹ ਕਰਦਿਆਂ ਹੋਇਆਂ ਉਸ ਪ੍ਰਭੂ ਦੇ ਨਾਲ ਉਹਦੇ ਗੁਣ ਗਾਉਂਦਿਆਂ ਉਹਦੇ ਨਾਲ ਗੁਣਾਂ ਦੀ ਸਾਂਝ ਪੈ ਕੇ ਉਹਦੇ ਨੇੜੇ ਹੋਇਆ ਜਾ ਸਕਦਾ ਹੈ। ਇਤਨੇ ਹੀ ਬਚਨ ਪ੍ਰਵਾਨ ਕਰਨੇ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।